ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਸਾ ਦੀ ਵਾਰ ਦੀ ਕਥਾ ਸ਼ੁਰੂ ਹੋ ਰਹੀ ਹੈ। ਇਸ ਲਈ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਗੁਰੂ ਪਿਆਰੇ ਅੰਮ੍ਰਿਤ ਵੇਲੇ ਜਾਂ ਦਿਨ ਦੇ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਰਹਿੰਦੇ ਹਨ। ਇਹ ਹਰਿਮੰਦਰ ਸਾਹਿਬ ਤੋਂ ਵੀ ਆਉਂਦਾ ਹੈ, ਦਿੱਲੀ ਤੋਂ ਵੀ ਆਉਂਦਾ ਹੋਣਾ, ਹੋਰ ਥਾਵਾਂ ਤੋਂ ਵੀ ਆਉਂਦਾ ਹੋਣਾ। ਸੋ ਕੀਰਤਨ ਸੁਣਦੇ ਨੇ ਆਸਾ ਦੀ ਵਾਰ ਦਾ। ਉਹ ਸੁਣਨ ਦਾ ਤਾਂ ਆਨੰਦ ਆਉਂਦਾ ਹੈ ਜੇ ਆਪਾਂ ਨੂੰ ਉਹ ਸਮਝ ਵੀ ਆ ਰਿਹਾ ਹੋਵੇ ਕਿ ਇਹ ਕੀ ਕੀਰਤਨ ਕਰ ਰਹੇ ਹਨ। ਜਦੋਂ ਸਮਝ ਆਵੇ ਫਿਰ ਉਹਦਾ ਆਨੰਦ ਵੀ ਆਉਂਦਾ ਹੈ। ਇਹ ਖਿਆਲ ਰੱਖ ਕੇ ਆਸਾ ਦੀ ਵਾਰ ਦੀ ਕਥਾ ਵਾਰਤਾ ਸ਼ੁਰੂ ਹੋ ਰਹੀ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ। ਪਰਮਾਤਮਾ ਦੇ ਦੋ ਰੂਪ ਨੇ, ਇੱਕ ਹੈ ਨਿਰਗੁਣ, ਇੱਕ ਹੈ ਸਰਗੁਣ। ਨਿਰਗੁਣ ਰੂਪ ਉਹ ਹੈ ਜੋ ਦਿਖਾਈ ਨਹੀਂ ਦਿੰਦਾ, ਸਰਗੁਣ ਰੂਪ ਉਹ ਹੈ ਜੋ ਦਿਖਾਈ ਦਿੰਦਾ ਹੈ। ਹੈ ਉਹ ਇੱਕ ਹੀ, ਪਰ ਉਹ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ। ਜਦੋਂ ਨਿਰਗੁਣ ਹੈ ਉਦੋਂ ਇੱਕ ਹੈ ਜਾਂ ਏਕ ਹੈ, ਜਦੋਂ ਸਰਗੁਣ ਹੈ ਉਦੋਂ ਓੰਕਾਰ ਹੈ। ਇੱਕ ਓੰਕਾਰ ਭਾਵ ਉਹ ਪਰਮਾਤਮਾ ਜੋ ਨਿਰਗੁਣ ਵੀ ਹੈ ਅਤੇ ਜੋ ਸਰਗੁਣ ਵੀ ਹੈ। ਸਤਿਨਾਮ, ਉਹਦਾ ਨਾਮ ਹੈ ਸਤ। ਸਤਿਨਾਮ ਉਹਦਾ ਨਾਮ ਹੈ। ਕਰਤਾ, ਕਰਤਾ ਹੁੰਦਾ ਕਿਸੇ ਚੀਜ਼ ਨੂੰ ਬਣਾਉਣ ਵਾਲਾ। ਉਹ ਸੰਸਾਰੇ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਇਸ ਲਈ ਕਰਤਾ ਹੈ। ਪੁਰਖ ਉਹ ਹੁੰਦਾ ਹੈ ਜਿਹੜਾ ਬਣਾਈ ਹੋਈ ਚੀਜ਼ ਦੇ ਵਿੱਚ ਬਿਰਾਜਮਾਨ ਹੋਵੇ। ਪਰਮਾਤਮਾ ਨੇ ਜੋ ਵੀ ਬਣਾਇਆ ਹੈ, ਪਰਮਾਤਮਾ ਉਹਦੇ ਵਿੱਚ ਬਿਰਾਜਮਾਨ ਹੈ। ਠੀਕ ਹੈ, ਪਰਮਾਤਮਾ ਅਲੱਗ ਵੀ ਬੈਠਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ। ਪਰਮਾਤਮਾ ਸੱਚਖੰਡ 'ਚ ਵੀ ਵਸਦਾ ਕਿਉਂਕਿ ਉਹ ਵੀ ਉਹਦਾ ਹੀ ਬਣਾਇਆ ਹੋਇਆ ਹੈ, ਉਹ ਵੀ ਉਸੇ ਦਾ ਹੀ ਬਣਾਇਆ ਹੋਇਆ ਹੈ ਅਤੇ ਹਰ ਇੱਕ ਜੀਵ ਦੇ ਵਿੱਚ ਵਸਦਾ ਹੈ। ਚਾਹੇ ਚੀਜ਼ ਬੇਜਾਨ ਦਿਖਾਈ ਦਿੰਦੀ ਹੈ, ਚਾਹੇ ਜਾਨਦਾਰ ਦਿਖਾਈ ਦਿੰਦੀ ਹੈ, ਹਰ ਇੱਕ ਚੀਜ਼ ਦੇ ਵਿੱਚ ਪਰਮਾਤਮਾ ਹੈ। ਇਸ ਲਈ ਉਹਨੂੰ ਪੁਰਖ ਕਹਿੰਦੇ ਨੇ। ਨਿਰਭਉ, ਭਉ ਹੁੰਦਾ ਡਰ, ਨਿਰਮੈ ਬਿਨਾਂ। ਉਹਨੂੰ ਕਿਸੇ ਦਾ ਡਰ ਨਹੀਂ ਹੈ। ਡਰ ਹੁੰਦਾ ਜਿਹੜਾ ਆਪਣੇ ਤੋਂ ਵੱਡਾ ਹੋਵੇ, ਜਿਹੜਾ ਆਪਣੇ ਤੋਂ ਤਕੜਾ ਹੋਵੇ, ਉਹਦਾ ਡਰ ਹੁੰਦਾ। ਨਾ ਉਸ ਤੋਂ ਕੋਈ ਵੱਡਾ ਹੈ, ਨਾ ਉਸ ਤੋਂ ਕੋਈ ਤਕੜਾ ਹੈ, ਇਸ ਲਈ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਕਿਉਂ? ਕਿਉਂਕਿ ਸਾਰੇ ਉਸਨੇ ਹੀ ਬਣਾਏ ਹਨ। ਸਾਰੇ ਜੀਵ ਜੰਤੂ ਉਸੇ ਦੇ ਬਣਾਏ ਹੋਏ ਹਨ, ਇਸ ਲਈ ਉਹਦਾ ਕਿਸੇ ਨਾਲ ਵੈਰ ਨਹੀਂ ਹੁੰਦਾ। ਅਕਾਲ ਮੂਰਤ, ਮੂਰਤ ਹੁੰਦਾ ਸਰੂਪ। ਜੇ ਹੁਣ ਕਿਹਾ ਪਰਮਾਤਮਾ ਦੇ ਦੋ ਸਰੂਪ ਨੇ, ਇੱਕ ਨਿਰਗੁਣ, ਇੱਕ ਸਰਗੁਣ। ਨਿਰਗੁਣ ਜਿਹੜਾ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਸਰਗੁਣ ਜਿਹੜਾ ਇਹਨਾਂ ਅੱਖਾਂ ਨਾਲ ਵਿਖਾਈ ਦਿੰਦਾ ਹੈ। ਮੂਰਤ ਮਨੇ ਸਰੂਪ। ਕਾਲ ਹੁੰਦਾ ਸਮਾਂ, ਅਕਾਲ ਜਿਸ 'ਤੇ ਸਮੇਂ ਦਾ ਅਸਰ ਨਾ ਹੋਵੇ।
परमात्मा जिहड़ा स्वरूप है इस ते समय का असर नहीं है, साढ़े ते समय का असर है। असी समय करके पैदा होए, फिर जवान होए, फिर समा पा के बुढ़े, फिर एक दिन डेथ हो जाएगी। इसलिए असी काल दे अधीन हाँ, पर परमात्मा काल दे अधीन नहीं है, वो तो अकाल है। वो जिहड़ा स्वरूप है उसते समय का कोई असर नहीं है। अजूनी आपां जूनिया च भटकते रहने, 84 ਲੱਖ जूनियां गिनी हैं। जीव 84 ਲੱਖ जूनिया च भटकते रहते हैं। परमात्मा अजूनी है, वो किसी जूनी च नहीं पैंदा। कोई जूनी च पैण लई जन्म लेना पैंदा है, तो जिहड़ा जन्म लएगा वह कोई माँ प्यो भी होएगा, फिर जो जन्म लेगा वो फिर मरेगा भी। इसलिए परमात्मा अजूनी है, वो किसी जूनी च नहीं आंदा है। सैभंग वो अपने आप तो है, परमात्मा नूं किसी ने बनाया नहीं है, वो अपने आप तो है। गुर प्रसाद वो गुरु दी किरपा नाल मिलदा है। गुरु दी प्रसाद किरपा नाल। ख्याल रखने नूं प्रसाद नहीं पढ़ देना, ये हिंदी का शब्द है प्रसाद, जिसका अर्थ है किरपा। सो वो परमात्मा जो निर्गुण है, सरगुण है, जिसका नाम सत है, जो सब नूं बनाउण वाला है, जो सब दे विच विराजमान है, जिन्हों किसी का डर नहीं है, जिसका किसी नाल वैर नहीं है, जिसते समय का असर नहीं है, जो जूनिया च नहीं पैंदा, जो अपने आप तो है, इहो जिहा परमात्मा गुर प्रसाद गुरु दी किरपा नाल मिलदा है। सो परमात्मा निरा गुरु धारण करन नाल नहीं मिलदा, गुरु दी किरपा होना जरूरी है, ते किरपा हमेशा आग्याकार बंदे ते हुंदी है। तुसी अपने माता पिता दे आग्याकारी हो, तुहाडे ते जरूर किरपा होवेगी। विद्यार्थी टीचर दा आग्याकारी है, जरूर किरपा होवेगी। कर्मचारी ऑफिसर दा आग्याकारी है, जरूर किरपा होवेगी, क्योंकि आग्याकारी है। आग्याकारी किनू कहते हैं? आग्या दा हुक्म, आग्याकारी जिहड़ा हुक्म मन्ने। माँ प्यो ने जो कहा बच्चे ने उसी तरह करता है, माँ प्यो की खुशी है। टीचर ने जो विद्यार्थी ने कहा विद्यार्थी ने उसी तरह किया, टीचर की खुशी है। ऑफिसर ने कर्मचारी ने जो कहा उसने कर दिता है, अफसर की खुशी है। इसी तरह सिख जो गुरु महाराज कहते उवें करता है, गुरु महाराज की किरपा हो जाती है। तो जब गुरु की किरपा होती है परमात्मा मिल पैंदा। सानू जे हुण तक परमात्मा नहीं मिलिया तो दा आही कारण है कि जो गुरु महाराज सानू कहते हैं असी उस तरह करते नहीं हाँ। जे करते हैं तो थोड़ा करते हैं, पूरी तरह नहीं करते। जे करते हाँ तो थोड़ा करते हैं। जे मान लो टीचर कहता भी रोज़ 5 घंटे पढ़ने, तो बच्चा 1 घंटा पढ़े, फिर नहीं ना गल बनती। जिवें एक बीबी ने मैं कहा जी ये पाठ रोज़ 1 घंटा करना है, 40 दिन करने। 40 दिन बाद आ गई, बाबा जी मेरा काम नहीं होया। मैं जी किन्ने समय का पाठ दिता सी, कहते रोज़ 1 घंटे का। मैं सच्चो सच दसो तुसीं किन्नी देर करते सी? कह जी 15-16 मिनट करते थे। फिर काम किवें होएगा जी? जिन्ना समा तुहानूं कहा उन्ना समा तुसीं कीता नहीं, दिनां नूं की करना गिन के? जिन्ना समा कहा उन्ना समा कीता नहीं, तुहाडी गल गुरु महाराज ने बनाई नहीं। इसलिए असी जो कुछ गुरु महाराज सानू कहिंदे ने करन नूं असी वो करदे नहीं, इसलिए वो सानू मिलदा नहीं है।
ਹੁਣ ਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਭਾਈ ਸਵੇਰੇ ਉਠੋ, ਇਸ਼ਨਾਨ ਕਰੋ, ਨਾਮ ਜਪੋ, ਬਾਣੀ ਪੜ੍ਹੋ, ਫਿਰ ਆਪਣੇ ਸੰਸਾਰਕ ਕੰਮ ਧੰਦੇ ਕਰੋ। ਹੁਣ ਜਿਹਨਾਂ ਉੱਠਣੇ 7 ਵਜੇ ਹੈ ਉਹਨਾਂ ਨੇ ਫਿਰ ਕਿਹੜੀ ਭਜਨ ਬੰਦਗੀ ਕਰਨੀ? ਉਹ ਤਾਂ ਮਸਾਂ ਤਿਆਰ ਹੋ ਕੇ ਦਫ਼ਤਰਾਂ 'ਚ ਪਹੁੰਚਣਗੇ। ਸੋ ਉਹ ਕਹਿੰਦਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪ੍ਰਮਾਤਮਾ ਤੁਸੀਂ ਮੇਰੇ ਹੁਕਮ 'ਚ ਚੱਲਣਾ ਹੈ, ਅਸੀਂ ਉਹਦਾ ਹੁਕਮ ਹੀ ਨਹੀਂ ਮੰਨਦੇ। 3 ਵੱਡੇ ਹੁਕਮ ਨੇ ਪਰਮਾਤਮਾ ਦੇ। ਨੰਬਰ 1 10 ਨੌਂ ਦੀ ਕਿਰਤ ਕਰਨਾ। ਮਸਾਂ 20% ਲੋਕ ਨੇ ਰੋ ਧੋ ਕੇ, ਵੈਸੇ ਮੈਨੂੰ ਤਾਂ 20 ਦੀ ਵੀ ਉਮੀਦ ਨਹੀਂ, 10% ਮਸਾਂ ਲੋਕ ਨੇ ਜਿਹੜੇ ਟੋਟਲ ਇਮਾਨਦਾਰ ਨੇ, ਕੋਈ ਹਰਾਮ ਦੀ ਕਮਾਈ ਨਹੀਂ, ਨਾ ਕੋਈ ਚੋਰੀ ਕਰਦੇ ਨੇ, ਨਾ ਡਾਕਾ ਮਾਰਦੇ, ਨਾ ਠੱਗੀ ਕਰਦੇ, ਨਾ ਮਿਲਾਵਟ ਕਰਦੇ, ਨਾ ਧੋਖਾਧੜੀ ਕਰਦੇ, ਨਾ ਕੋਈ ਰਿਸ਼ਵਤ ਲੈਂਦੇ ਨੇ, ਨਾ ਕਿਸੇ ਪਲਾਟ ਦੱਬਦੇ, ਨਾ ਮਕਾਨ ਦੱਬਦੇ, ਨਾ ਹੀ ਕਰਜ਼ਾ ਲੈ ਕੇ ਮੁਕਰਦੇ ਨੇ। ਮਸਾਂ 10% ਹੋਣੇ ਨੇ। ਹੁਣ 90% ਹਰਾਮ ਦੀ ਕਮਾਈ ਹੈ, ਇਸ ਲਈ ਗੱਲ ਬਣਦੀ ਨਹੀਂ। ਪਰਮਾਤਮਾ ਦਾ ਹੁਕਮ ਹੈ 10 ਨੌਂ ਦੀ ਕਿਰਤ ਕਰਨੀ ਹੈ। ਜੋ ਪਰਮਾਤਮਾ ਦਾ ਹੁਕਮ ਹੈ ਉਹੀ ਗੁਰੂ ਮਹਾਰਾਜ ਦਾ ਹੁਕਮ ਹੈ। ਗੁਰੂ ਨਾਨਕ ਦੇ ਕੇ 10 ਨੌਂ ਦੀ ਕਿਰਤ ਕਰਨੀ ਹੈ। ਅੱਜ ਸਿੱਖ ਕਰਦਾ ਨਹੀਂ, ਇਸ ਲਈ ਧੱਕੇ ਧੋੜੇ ਖਾ ਰਿਹਾ। ਪਹਿਲਾਂ ਤਾਂ ਕਿਰਤ ਹੀ ਨਹੀਂ ਕਰਦਾ, ਜੇ ਕਰਦਾ ਤਾਂ ਠੱਗੀਆਂ ਠੋਰੀਆਂ ਕਰਦਾ। ਤਾਂ ਹੀ ਇੰਨੀ ਦੁਨੀਆ ਜੇਲ੍ਹਾਂ 'ਚ ਬੈਠੀ ਹੈ। ਦੂਜੀ ਗੱਲ, ਪਰਮਾਤਮਾ ਹੁਕਮ ਕੋਈ ਨਸ਼ਾ ਨਹੀਂ ਕਰਨਾ। ਇਹ ਮਨੁੱਖ ਦਿਨ ਰਾਤ ਸ਼ਰਾਬਾਂ ਪੀਂਦਾ ਰਹਿੰਦਾ ਹੈਗਾ। ਕੋਈ ਫੀਮ ਖਾ ਰਿਹਾ, ਕੋਈ ਭੁੱਕੀ ਖਾ ਰਿਹਾ, ਕੋਈ ਸਿਗਰਟਾਂ ਬੀੜੀਆਂ ਪੀ ਰਿਹਾ, ਕੋਈ ਜ਼ਰਦਾ ਖਾ ਰਿਹਾ, ਕੋਈ ਚਿੱਟਾ ਖਾ ਰਿਹਾ, ਹੋਰ ਪਤਾ ਨਹੀਂ ਕੀ ਕੁਛ ਹੋਣਾ। ਜਿੰਨੇ ਮੈਂ ਨਾਮ ਸੁਣੇ ਨੇ ਤਕਰੀਬਨ ਉਹ ਗਿਣਤੇ ਨੇ। ਗੁਰੂ ਮਹਾਰਾਜ ਨਾ ਨਸ਼ਾ ਕਰਨਾ ਨਾ ਵੇਚਣਾ। ਕਿੰਨੀ ਦੁਨੀਆ ਨੇ ਕੈਪਸੂਲ ਵੇਚਦੀ ਹੈ, ਨਸ਼ੀਲੀ ਗੋਲੀਆਂ ਵੇਚਦੇ ਨੇ, ਟੀਕੇ ਵੇਚਦੇ ਨੇ, ਠੇਕੇ ਖੁੱਲ੍ਹੇ ਹੋਏ ਨੇ, ਸ਼ਰਾਬਾਂ ਪੀ ਰਹੇ ਲੋਕ। ਤੀਸਰਾ ਹੁਕਮ ਹੈ ਕਿ ਕਿਸੇ ਵੀ ਔਰਤ ਨਾਲ ਬਦ ਚੱਲਣੀ ਨਹੀਂ ਕਰਨੀ। ਬੇਗਾਨੀ ਔਰਤ ਤੋਂ ਆਪਣੇ ਆਪ ਨੂੰ ਹਮੇਸ਼ਾ ਬਚਾ ਕੇ ਰੱਖਣਾ ਹੈ। ਇਹ 3 ਗੱਲਾਂ ਜਿਹੜਾ ਪਹਿਰਾ ਹੁੰਦਾ, ਇੱਥੋਂ ਧਰਮ ਸ਼ੁਰੂ ਹੁੰਦਾ। ਜੇ 3 ਗੱਲਾਂ 'ਚ ਇੱਕ ਵੀ ਤੁਹਾਡੇ 'ਚ ਨੁਕਸ ਹੈ ਨਾ, ਫਿਰ ਪਾਠ ਕਰੋ ਚਾਹੇ ਨਾ ਕਰੋ, ਰੱਬ ਤਾਂ ਮਿਲਣਾ ਕੋਈ ਨਹੀਂ। ਰੱਬ ਨਹੀਂ ਮਿਲਣਾ, ਚਾਹੇ ਦਿਨ ਰਾਤ ਲੱਗੇ ਰਹੋ ਰਾਮ ਰਾਮ ਕਰਨ। ਇਹ 3 ਗੱਲਾਂ 'ਤੇ ਪਹਿਰਾ ਦੇਣਾ। 10 ਨੌਂ ਦੀ ਕਿਰਤ ਕਰਨੀ, ਚਾਹੇ ਲੂਣ ਨਾਲ ਰੋਟੀ ਖਾਣੀ ਪੈ ਜਾਏ। ਲੂਣ ਨਾਲ ਵੀ ਖਾਧੀ ਜਾ ਸਕਦੀ, ਲੂਣ ਮਿਰਚਾਂ ਨਾਲ। ਕੋਈ ਜ਼ਰੂਰੀ ਸਬਜ਼ੀ ਹੋਵੇ, ਜ਼ਰੂਰੀ ਨਹੀਂ ਕੋਈ ਦਾਲ ਹੋਵੇ, ਸਬਜ਼ੀ ਹੋਵੇ, ਸਲਾਦ ਹੋਵੇ, ਲੂਣ ਮਿਰਚ ਦੇ ਨਾਲ ਰੋਟੀ ਖਾਧੀ ਜਾ ਸਕਦੀ ਹੈ। ਲੂਣ ਮਿਰਚ ਰੋਟੀ ਖਾ ਕੇ ਗੁਜ਼ਾਰਾ ਕਰ ਲਓ। 10 ਨੌਂ ਦੀ ਕਿਰਤ ਕਰਨੀ। ਨਾ ਨਸ਼ਾ ਕਰਨਾ, ਨਾ ਨਸ਼ਾ ਵੇਚਣਾ। ਨੰਬਰ 3 ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ। ਆਪਣੇ ਚਾਲ ਚੱਲ ਨੂੰ ਉੱਚਾ ਰੱਖ। ਜੇ 3 ਗੁਣ ਹੈਗੇ ਤੁਹਾਡੇ 'ਚ, ਭਜਨਬੰਦੀ ਕਰਨੀ ਸ਼ੁਰੂ ਕਰ ਦਿਓ। ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਜ਼ਰੂਰ ਆਤਮਿਕ ਤਰੱਕੀ ਹੋਵੇਗੀ, ਜ਼ਰੂਰ ਤਰੱਕੀ ਹੋਵੇਗੀ। ਅਤੇ ਜੇ 3 'ਚੋਂ ਇੱਕ ਵੀ ਨੁਕਸ ਹੈ ਤਾਂ ਤਰੱਕੀ ਨਹੀਂ ਹੋਵੇਗੀ। ਹਾਂ, ਲੱਗੇ ਰਹੋ। ਝੂਠੀ ਜਿਹੜੀ ਹੈ ਆਪਣੀ ਜਿਹੜੀ ਤਸੱਲੀ ਮਨ ਨੂੰ ਦੇਣੀ ਹੈ, ਉਹ ਦੇਈ ਚਲੋ। ਮੈਂ ਇੰਨਾ ਪਾਠ ਕਰਦਾ, ਉਹ ਸਭ ਝੂਠੀਆਂ ਤਸੱਲੀਆਂ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿ ਜਿਹੜੇ ਇੱਕ ਓਂਕਾਰ ਹੈ, ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅਤੇ ਗੁਰੂ ਦੀ ਕਿਰਪਾ 3-4 ਗੱਲਾਂ 'ਤੇ ਜੇ ਪਹਿਰਾ ਦੇਈਏ ਤਾਂ ਹੁੰਦੀ ਹੈ। ਜਿਹੜੇ ਕੌੜਾ ਬੋਲਦੇ ਨੇ, ਇਹਨਾਂ 'ਤੇ ਗੁਰੂ ਦੀ ਕਿਰਪਾ ਨਹੀਂ ਹੁੰਦੀ। ਇਹਨਾਂ 'ਤੇ ਵੀ ਕਿਰਪਾ ਨਹੀਂ ਹੁੰਦੀ। ਗੁਰੂ ਮੈਂ ਕਹਿੰਦੇ ਮਿੱਠਤ ਨੀਵੀਂ ਨਾਨਕਾ, ਗੁਣ ਚੰਗੀਆਂ ਹੀ ਤਤ ਮਿੱਠਾ ਬੋਲਣਾ, ਨਿਮਰਤਾ ਨਾਲ ਰਹਿਣਾ। ਇਹ 4 ਵੱਡੇ ਗੱਲਾਂ ਨੇ। 10 ਨੌਂ ਦੀ ਕਿਰਤ 1, ਨਸ਼ਿਆਂ ਤੋਂ ਬਚ ਕੇ ਰਹਿਣਾ 2, ਚਾਲ ਚੱਲ ਨੂੰ ਉੱਚਾ ਰੱਖਣਾ 3 ਅਤੇ ਮਿੱਠਾ ਬੋਲਣਾ। 4 ਗੁਣ ਆਪਣੇ 'ਚ ਪੈਦਾ ਕਰੋ,
नाल पढ़ो बाणी अते नाम जपो अते मौजां करो। फिर मौज करो। तुहाडे पल्ले सच होवेगा, पल्ले होवे सच कोठे चढ़ के नच। जे चारां चों कोई भी नुक्स है तो किसी वेले भी तुहानूं जेल हो सकदी। क्यों? तुसीं कोई कौड़ा बोलिया, अगों लड़ाई हो पई, थप्पड़ो थप्पड़ी हो गए, डंडो डंडी हो गए, जो कोई हथियार है वो चलाता। फिर जो फिरी जाओ जी। हुण थाने पहले थाने धक्के खाओ, फिर जेलां धक्के खाओ, वकीलां ते पुलिस वालिआं नूं पैसे दिओ। इसलिए गुरु की किरपा तो बिना परमात्मा की प्राप्ति नहीं हुंदी। ते गुरु की किरपा उस तो ही हुंदी जिस च चार गुण हुंदे ने। ये चारे गुण याद रखने, फिर सारी उम्र इन्हां ते पहरा देना, सारी उम्र पहरा देना है। 10 नूं की किरत करनी है। नंबर 2, ना नशा करना ना बेचना। नंबर 3, अपना चाल चलन उच्चा रखना। नंबर 4, कौड़ा नहीं बोलना। कौड़ा नहीं बोलना। कौड़ा बोलना जाना पूर्ण भगवान। भगवान नूं कौड़ा बोलना आउंदा ही नहीं, इसलिए कौड़ा बोलने वालों पसंद ही नहीं करता। हुण आसा की वार शुरू हो रही है। आसा महला पहला। राग का नाम है आसा। कई गुरु प्यारे से महला पढ़ते हैं, असल उचारण है महला। क्योंकि हाहे तो जिहड़ा पहला अखर मुक्ता हुंदा है, बोलन वेले उस ते दुलावां लगदियां। उस ते की लगदियां? दुलावां। तो मम्मे च लग गए दुलावां, हा हा लल्ले नूं करना बन गया महला। जिवें पहला लिखिया होया है, पप्पा हाहे नूं सिहारी लल्ले नूं करना, ऐं लिखदे ना। हुण आपां पहिला नहीं पढ़दे, की पढ़दे हैं? पहला। जदों हाहे तो पहले अखर मुक्ता है पप्पा, उहदे लग गई दुलावां। हाहे नूं जिहड़ी सिहारी लगी सी अपने आप खत्म हो जाती है, तो बन गया पहला। इसी तरह महला। महला अगे एक नहीं पढ़ना, इनू पढ़ना पहला। महला पहला का मतलब है गुरु नानक देव जी की बाणी है, पहले गुरु की बाणी है। वार है, गुरबाणी 22 वारां दित्तियां हुई। उन्हां दे च एक जिहड़ी है ये आसा दी वार है। वार है श्लोकां नाल। पंचम पातशाह तो पहला वार जिहड़ी सी कल्लियां पौड़ियां हुंदियां सी। पंचम पातशाह ने फिर श्लोक नाल नाल लाए। श्लोक लाए नाल, ਜਿਹੜੇ श्लोक 22 ਵਾਰਾਂ 'ਚ ਲੱਗ ਸਕਦੇ ਸਨ, ਕਿਸੇ 'ਚ ਇੱਕ ਲਾਇਆ, ਕਿਸੇ 2 ਲਾਏ ਹਨ। ਜਿਹੜੇ ਬਾਕੀ ਬਚ ਗਏ ਉਹਨਾਂ ਦਾ ਹੈਡਿੰਗ ਰੱਖਿਆ ਸ਼ਲੋਕ 12 ਤੇ ਵਧੇਕ, ਉਹ ਅਖੀਰ 'ਚ ਲਿਖੇ ਹੋਏ ਨੇ ਗੁਰੂ ਗ੍ਰੰਥ ਦੇ। ਸ਼ਲੋਕ 12 ਤੇ ਵਧੇਕ, ਜਿਹੜੇ 12 'ਚੋਂ ਬਚ ਗਏ ਸ਼ਲੋਕ, ਉਹ 'ਤੇ ਇਕੱਠੇ ਕਰਕੇ ਲਿਖਤੇ ਉੱਥੇ। ਇਸ ਲਈ ਕਹਿੰਦੇ ਵਾਰ ਸ਼ਲੋਕਾਂ ਨਾਲ। श्लोक भी महले पहले के लिखे। ये गुरु नानक देव जी ने श्लोक लिखे। टुंडे असराजै की धुनी। हुणे वार किस धुनी ते गाउणी? टुंडे असराजै की धुनी। ये बहुत सूरबीर होया है। ਇਹਦੀ लड़ाई हो पई, फिर जित गया। उस वेले ਜਿਹੜੇ ਢਾਡੀ ਸਨ, ਵਾਰਾਂ ਜਿਹੜੇ ਗਾਉਂਦੇ ਸਨ, ਉਹਨਾਂ ਨੇ ਫਿਰ ਟੁੰਡੇ ਅਸਰਾਜੇ ਦੀ ਵਾਰ ਗਾਈ। ਜਿਸ ਤਰਜ 'ਤੇ ਉਹ ਵਾਰ ਗਾਈ, ਕਹਿੰਦੇ ਉਸੇ ਤਰਜ 'ਤੇ ਇਹ ਵਾਰ ਗਾਉਣੀ ਹੈ। ਪਰ ਅੱਜ ਕੱਲ੍ਹ ਉਸ ਤਰਜ 'ਤੇ ਨਹੀਂ ਗਾਈ ਜਾਂਦੀ ਗੁਰਦੁਆਰਿਆਂ 'ਚ। ਉਹ ਤਰਜ ਸੀ, ਬਲਿਹਾਰੀ ਗੁਰ ਆਪਣੇ ਤਿਉਹਾੜੀ ਸਦਵਾਰ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤਨ ਲਾਗੀ ਵਾਰ। ਫਿਰ ਢਾਡ ਵਜਾਉਂਦੇ ਨਾਲ। ਇਸ ਤਰ੍ਹਾਂ ਤੇ ਗਾਉਣਾ।
ਪਰ ਹੁਣ ਰਾਗਾਂ ਦੇ ਅਨੁਸਾਰ ਗਾਇਆ ਜਾਂਦਾ ਹੈ। ਇਹਨਾਂ ਇਹ ਤਰਜਾਂ ਹਾਲਾਂਕਿ ਪੰਚਮ ਪਾਤਸ਼ਾਹ ਲਿਖੀਆਂ ਕਿ ਇਹਨਾਂ ਤਰਜਾਂ 'ਤੇ ਗਾਉਣੇ, ਪਰ ਇਹਨਾਂ ਤਰਜਾਂ 'ਤੇ ਹੁਣ ਕੋਈ ਨਹੀਂ ਗਾਉਂਦਾ। ਸ਼ਲੋਕ ਮਹਿਲਾ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਬਲਿਹਾਰੀ ਬਲਿਹਾਰ ਜਾਣਾ। ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ। ਦਿਉਹਾੜੀ ਹੁੰਦਾ ਦਿਨ ਵਿੱਚ, ਦਿਉਹਾੜੀ ਦਿਨ ਵਿੱਚ। ਸਾਧ ਹੁੰਦਾ 100, ਜਿਹਨੂੰ ਸਦੀ ਕਹਿੰਦੇ। ਕਿਹੜੀ ਸਦੀ ਚੱਲ ਰਹੀ? 21ਵੀਂ ਸਦੀ। ਸਾਧ ਮੈਨੇ 100, ਵਾਰ ਮੈਨੇ ਵਾਰੀ। ਮੈਂ ਦਿਨ ਵਿੱਚ 100 ਵਾਰੀ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਮੈਂ ਦਿਨ 'ਚ ਦਿਹਾੜੀ ਦਿਨ ਵਿੱਚ, ਸਾਧ 100 ਵਾਰ ਮੈਨੇ ਟਾਈਮਜ਼। ਮੈਂ ਆਪਣੇ ਗੁਰੂ ਤੋਂ ਦਿਨ ਵਿੱਚ 100 ਵਾਰ ਬਲਿਹਾਰ ਜਾਂਦਾ ਹਾਂ। ਹੁਣ ਸਵਾਲ ਪੈਦਾ ਹੁੰਦਾ ਕਿਉਂ ਬਈ? ਵੀ ਕਿਉਂ ਬਲਿਹਾਰ ਜਾਂਦੇ? ਵੀ ਗੁਰੂ ਨੇ ਕੀ ਕੀਤਾ? ਗੁਰੂ ਨੇ ਉਹਦੇ ਲਈ ਕੁਛ ਕੀਤਾ ਹੀ ਹੋਣਾ, ਤਾਂ ਹੀ ਕਹਿੰਦਾ ਬਲਿਹਾਰ ਜਾਣਾ। ਜਿਨ ਮਾਨਸ ਤੇ ਦੇਵਤੇ ਕੀਏ, ਕਹਿੰਦੇ ਜਿਸ ਗੁਰੂ ਨੇ ਮਨੁੱਖ ਤੋਂ ਦੇਵਤੇ ਬਣਾਤੇ। ਕਹਿੰਦੇ ਨੇ ਮਨੁੱਖ ਤੋਂ ਕੀ ਬਣਾਤੇ? ਦੇਵਤੇ। ਦੇਵਤਾ ਕਿਹਨੂੰ ਕਹਿੰਦੇ? ਭਲੇ ਪੁਰਸ਼ ਨੂੰ। ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਕਹਿੰਦੇ ਦੇਵਤੇ। ਗੁਰੂ ਨੇ ਚੋਰਾਂ ਨੂੰ, ਡਾਕੂਆਂ ਨੂੰ, ਲੁਟੇਰਿਆਂ ਨੂੰ, ਠੱਗਾਂ ਨੂੰ, ਬਦਮਾਸ਼ਾਂ ਨੂੰ, ਜ਼ਾਲਮਾਂ ਨੂੰ, ਪਖੰਡੀਆਂ ਨੂੰ ਸੁਧਾਰ ਕੇ ਵਧੀਆ ਇਨਸਾਨ ਬਣਾਤਾ, ਦੇਵਤੇ ਹੋ ਗਏ। ਸੱਜਣ ਠੱਗ ਵਰਗੇ, ਨਾਮ ਸੱਜਣ ਕਰਦਾ ਠੱਗੀਆਂ। ਇੱਕ ਰਾਤ ਹੀ ਉਹਦੇ ਕੋਲੇ ਰਹੇ ਨੇ, ਅਗਲੇ ਦਿਨ ਦੇਵਤਾ ਬਣਾਤਾ ਉਸਨੂੰ। ਸਾਰੀਆਂ ਠੱਗੀਆਂ ਛੱਡ ਕੇ ਭਜਨ ਬੰਦਗੀ ਕਰਨ ਲੱਗ ਪਿਆ। ਦੇਰ ਨਹੀਂ ਲੱਗੀ, ਕੋਈ ਮਹੀਨੇ ਸਾਲ ਨਹੀਂ ਲੱਗੇ। ਸਿਰਫ ਇੱਕੋ ਹੀ ਉਹਨੂੰ ਸ਼ਬਦ ਸੁਣਾਇਆ ਸੀ। ਗੁਰਬਾਣੀ ਦਾ ਇੱਕੋ ਸ਼ਬਦ ਗਾਇਆ ਸੀ ਗੁਰੂ ਨਾਨਕ ਦੇਵ ਜੀ। ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵੇ ਤਿਸ। ਕਹਿਣ ਦਾ ਭਾਂਡਾ ਹੁੰਦਾ, ਅੱਜ ਕੱਲ੍ਹ ਰਹੇ ਹੀ ਨਹੀਂ। ਚਿੱਟੇ ਜਿਹੇ ਰੰਗ ਦੇ ਹੁੰਦੇ ਸਨ। ਉਹਨੂੰ ਜੇ ਚਾਹੇ ਚੰਗੀ ਤਰ੍ਹਾਂ ਮਾਂਜ ਲਓ, ਚਿੱਟਾ ਦੁੱਧ ਕੱਢ ਦਿਓ, ਪਰ ਉਹਨੂੰ ਜੇ ਹੱਥ 'ਤੇ ਰਗੜੋ ਨਾ, ਕਾਲਖ ਲੱਗਦੀ ਸੀ। ਉਹਦੇ ਅੰਦਰ ਕਾਲਖ ਸੀ, ਬਾਹਰੋਂ ਚਿੱਟਾ ਸੀ ਦੇਖਣ ਨੂੰ। ਐਂ ਜਿਹੜਾ ਮਨੁੱਖ ਹੈ, ਇਹ 'ਚ ਬੁਰਾਈਆਂ ਨੇ। ਜਦੋਂ ਗੁਰੂ ਮਹਾਰਾਜ ਦੇ ਸੰਪਰਕ 'ਚ ਆਉਂਦਾ ਹੈ, ਸਾਰੀਆਂ ਬੁਰਾਈਆਂ ਛੱਡ ਕੇ ਭਜਨ ਬੰਦਗੀ ਕਰਨ ਲੱਗ ਜਾਂਦਾ। ਆਪੇ ਹੀ ਫਿਰ ਦੇਵਤਾ ਬਣ ਗਿਆ ਨਾ, ਭਲਾ ਪੁਰਸ਼ ਹੋ ਗਿਆ। ਅਤੇ ਭਲਿਆਂ ਦੀ ਹੀ ਪੂਜਾ ਹੁੰਦੀ ਹੈ, ਦੇਵੀ ਦੇਵਤੇ ਦੀ ਪੂਜਾ ਹੁੰਦੀ ਹੈ ਕਿ ਨਹੀਂ? ਅਤੇ ਜਦੋਂ ਮਨੁੱਖ ਸ਼ੁਭ ਕਰਮ ਕਰੇ ਅਤੇ ਨਾਮ ਜਪੇ, ਉਹਦੇ ਕੋਲ ਨਾ ਸ਼ਕਤੀਆਂ ਆਪਣੇ ਆਪ ਆ ਜਾਂਦੀਆਂ ਨੇ, ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਅਤੇ ਉਹਦਾ ਫਿਰ ਸਤਿਕਾਰ ਸ਼ੁਰੂ ਹੋ ਜਾਂਦਾ, ਉਹਦੀ ਵੀ ਪੂਜਾ ਸ਼ੁਰੂ ਹੋ ਜਾਂਦੀ। ਲੋਕ ਉਹਦੇ ਕੋਲ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਆਉਣਾ ਸ਼ੁਰੂ ਹੋ ਜਾਂਦੇ ਹਨ। ਆਪੇ ਮਾਨਸ ਤੋਂ ਬਣਾਤਾ ਨਾ ਦੇਵਤਾ, ਪੂਜਨ ਯੋਗ ਬਣਾਤਾ। ਜਿਨ ਨੰਨਣ ਸਿਆਰੀ ਲਈ ਹੈ, ਜਿਸ ਗੁਰੂ ਨੇ ਇੱਕ ਵਚਨ ਬਣਾਇਆ। ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾਤੇ। ਕਰਤਨ ਲਾਗੀ ਵਾਰ ਵਾਰ ਹੁੰਦੇ ਦੇਰ, ਅਤੇ ਮਨੁੱਖ ਤੋਂ ਦੇਵਤੇ ਬਣਾਉਂਦਿਆਂ ਦੇਰ ਵੀ ਨਹੀਂ ਲਾਈ। ਇਹ ਨਹੀਂ ਕਿ ਮਹੀਨਾ ਲੱਗ ਗਿਆ ਜਾਂ 2 ਮਹੀਨੇ ਲੱਗ ਗਏ, ਦੇਰ ਨਹੀਂ ਲਾਈ। ਤੁਰੰਤ ਹੀ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਕਹਿੰਦੇ ਇਸ ਲਈ ਮੈਂ ਗੁਰੂ ਤੋਂ ਦਿਨ 'ਚ 100 ਵਾਰ ਬਲਿਹਾਰ ਜਾਂਦਾ ਹਾਂ। ਵੀ ਦੇਖੋ ਕਿਆ ਗੁਰੂ ਦਾ ਕ੍ਰਿਸ਼ਮਾ ਹੈ ਕਿ ਕੁਝ ਹੀ ਘੰਟਿਆਂ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਬਦਲ ਕੇ ਰੱਖਤੀ। ਸਧਾਰਨ ਮਨੁੱਖ ਨੂੰ ਦੇਵਤਾ ਦੀ ਪਦਵੀ 'ਤੇ ਪਹੁੰਚਾ ਦਿੱਤਾ ਹੈ। ਮਹਿਲਾ ਦੂਜਾ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਬਾਣੀ ਹੈ।
जे 100 चंदा उगवें, सूरज चढ़े 1000, एते चानन होंदियां गुर बिन घोर अंधार। जे 100 चंदा उगवें, 100 100 सैकड़े, चंदा मैंने चंद्रमा, उगवे मैंने चढ़ जान। हुण 100 चंद्रमा है, बहुवचन हो गया ना। जदों करता बहुवचन होवे अगे जिहड़ी किरिया है वह भी बहुवचन हुंदी है, ये तो आम नूं पता है। लड़का जांदा है एक वचन है, लड़के बहुवचन हो गए। हुण लड़के जांदा है नहीं हो सकते, लड़के जांदे हन ये होएगा। जे करता एक वचन है तो किरिया भी एक वचन है, जे करता बहुवचन है तो किरिया भी बहुवचन। चाहे हिंदी है, चाहे पंजाबी है, चाहे इंग्लिश है, नियम वही है। ही इज़ गोइंग, हुण ही एक वचन है इसलिए इज़। दे आर गोइंग, हुण दे बहुवचन है इसलिए आर गोइंग है, वो जा रहे हन। नियम वही है। व्याकरण सारे दी इक्को ही है, बस इन्हें वो हिंदी च है, कोई इंग्लिश दे विच है, कोई पंजाबी च है। हुण 100 चंद्रमा बहुवचन है इसलिए उगवह नहीं हो सकता। बहुवचन करता दे नाल जे किरिया है वो भी बहुवचन किरिया हुंदी है, तो बहुवचन किरिया नकरी बोली जाती है, वो नकरी बोली। उगवें, जे 100 चंदा उगवें। हुण सूरज चढ़े 1000, हुण 1000 सूरज ने इसलिए चढ़ा नहीं हो सकता। बहुवचन चढ़े, चढ़ते हन। जे 100 चंदा उगवें, सूरज चढ़े 1000, एते चानन होंदियां गुर बिन घोर अंधार। कह जे 100 चंद्रमा चढ़ पैन, 1000 सूरज चढ़ पे, देखो कितना चानन होएगा। चानन ही चान, एक सूरज दे चानन ही बहुत है। जे 100 चन चढ़ पे, 1000 सूरज चढ़ पे, इन्ना चानन हो जाए, इत्ते चानन होंदे। इन्ना चानन होण दे बावजूद भी गुर बिन घोर अंधार। घोर अंधार दा कुप हनेरा, गुरु तो बिना अंदर कुप हनेरा ही रहिंदा। सूरज ते चंन दा चानन बाहर है, अंदर नहीं है। साढ़े अंदर कोई सूरज चानन नहीं कर सकता, कोई चंद्रमा चानन नहीं कर सकता, ये बाहर कर देने। बाहर दा चानन है, अंदर कुप हनेरा है। कादा कुप हनेरा है? अज्ञानता दा। अंदर अज्ञानता है, मनुख अज्ञानी है, इसलिए कुप हनेरा है। कह जे 100 चन 1000 सूरज भी चढ़ पैन, गुरु तो बिना अंदर कुप हनेरा ही रहिंदा है। क्योंकि अंदर चानन गुरु ने करना है। बाहर चानन दे बहुत साधन ने, चन भी साधन है, सूरज भी साधन है, तारे भी साधन ने, आ बिजली ये भी साधन है, बल्ब साधन है, किन्ने साधन ने। लालटना ने, लैंप ने, दीवे ने, मोमबत्तियां ने, सारे चानन दे साधन ने। ये बाहर चानन करते हैं। साढ़े अंदर हनेरा है, इस करके असी गलतियां करते हैं। हनेरे च हमेशा बंदा ठुडे खांदा है। हुण हनेरे दे विच तुहानूं कमरे च जाना पै जाए, तुहानूं बड़े ध्यान नाल तुरना पेगा कि किते मंजे दे विच मेरा गोडा ना वजे, किसी कंध च मेरा मत्था ना जा वजे। हुंदा कि नहीं? क्योंकि अंदर घुप हनेरा, सट्टा फेटा वज सकदियां ने। असी गलतियां क्यों करते हैं? साढ़े अंदर अज्ञानता का घुप हनेरा है, असी अज्ञानी हाँ, इसलिए गलतियां करते हैं। जदों ज्ञान हो जाएगा गुरु राही, फिर असी गलतियां नहीं करांगे।
ਤੇ ਗੁਰੂ ਰਾਹੀਂ ਗਿਆਨ ਇੱਕ ਤਾਂ ਹੁੰਦਾ ਕਿਤਾਬੀ ਗਿਆਨ, ਇੱਕ ਤਾਂ ਬ੍ਰਹਮ ਗਿਆਨ। ਪਹਿਲਾਂ ਤਾਂ ਕਿਤਾਬੀ ਗਿਆਨ ਹੋਵੇਗਾ, ਉਸ ਗਿਆਨ ਦੇ ਅਨੁਸਾਰ ਅਸੀਂ ਜੀਵਨ ਜੀਵਾਂਗੇ, ਫਿਰ ਸਾਨੂੰ ਬ੍ਰਹਮ ਗਿਆਨ ਹੋਵੇਗਾ। ਜਿਹੜਾ ਬ੍ਰਹਮ ਗਿਆਨ ਹੁੰਦਾ ਅਸਲ 'ਚ ਉਹ ਗਿਆਨ ਹੁੰਦਾ ਹੈ। ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਕਦੇ ਵੀ ਬੰਦਾ ਗਲਤੀ ਨਹੀਂ ਕਰਦਾ, ਉਦੋਂ ਪਹਿਲਾਂ ਗਲਤੀ ਦੀ ਸੰਭਾਵਨਾ ਹੁੰਦੀ ਹੈ। ਮੈਂ ਬਾਣੀ ਪੜ੍ਹ ਲਈ, ਮੰਨ ਲਓ ਗਿਆਨ ਹੋ ਗਿਆ ਮੈਨੂੰ, ਜੇ ਮੈਂ ਤੁਹਾਨੂੰ ਕਿਹਾ ਕਿ ਭਾਈ 10 ਨੂੰਹਾਂ ਦੀ ਕਿਰਤ ਕਰਨੀ ਹੈ, ਨੰਬਰ 2 ਨਾ ਨਸ਼ਾ ਕਰਨਾ ਨਾ ਵੇਚਣਾ, ਨੰਬਰ 3 ਆਪਣੇ ਚਾਲ ਚੱਲਣ ਨੂੰ ਉੱਚਾ ਰੱਖਣਾ, ਨੰਬਰ 4 ਮਿੱਠਾ ਬੋਲਣਾ ਹੈ, ਨੰਬਰ 5 ਨਾਮ ਜਪਣਾ ਅਤੇ ਬਾਣੀ ਪੜ੍ਹਨੀ ਹੈ। ਇਹ ਗਿਆਨ ਹੋ ਗਿਆ ਮੈਨੂੰ। ਤੁਹਾਨੂੰ ਵੀ ਮੈਂ ਇਹੀ ਗਿਆਨ ਦਿੰਦਾ ਹਾਂ, ਪਰ ਕਿਸੇ ਵੇਲੇ ਗਲਤੀ ਹੋ ਸਕਦੀ ਹੈ, ਕਿਉਂਕਿ ਬਾਹਰੀ ਗਿਆਨ ਹੈ। ਇਹ ਮੈਨੂੰ ਸੁਚੇਤ ਤੇ ਕਰਦਾ, ਇਹ ਗਿਆਨ ਮੈਨੂੰ ਸੁਚੇਤ ਤੇ ਕਰੇਗਾ ਕਿ ਮੈਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ। ਜੇ ਮੈਂ ਕੀਤਾ ਲੋਕ ਕੀ ਕਹਿਣਗੇ, ਵੀ ਉਂਝ ਬਾਬਾ ਬਣਿਆ ਫਿਰਦਾ ਤੇ ਕਰਦਾ ਆ ਹੈ। ਇਹ ਗਿਆਨ ਮੈਨੂੰ ਸੁਚੇਤ ਤੇ ਰੱਖੇਗਾ। ਪਰ ਜੇ ਬਦਕਿਸਮਤੀ ਹੋਵੇ ਤਾਂ ਫਿਰ ਅਕਲ ਮਾਰੀ ਜਾਂਦੀ ਹੈ। ਜੇ ਕਿਤੇ ਬਦਕਿਸਮਤੀ ਲਿਖੀ ਹੋਵੇ ਨਾ, ਫਿਰ ਅਕਲ ਮਾਰੀ ਜਾਂਦੀ ਹੈ, ਫਿਰ ਅਕਲ ਕੰਮ ਨਹੀਂ ਕਰਦੀ। ਉਂਝ ਅਕਲਮੰਦ ਹੈ ਪਰ ਅਕਲ ਕੰਮ ਨਹੀਂ ਕੀਤੀ, ਨਤੀਜਾ ਕੀ ਹੋ ਗਿਆ? ਆ ਵੱਡੇ ਵੱਡੇ ਜੇਲ੍ਹਾਂ 'ਚ ਬੈਠੇ। ਅਕਲ ਸੀ, ਗਿਆਨ ਸੀ, ਦੁਨੀਆ ਨੂੰ ਗਿਆਨ ਦਿੰਦੇ ਸਨ, ਪਰ ਆਪ ਉਸ ਗਿਆਨ 'ਤੇ ਨਾ ਚੱਲ ਸਕੇ, ਕਿਉਂਕਿ ਬ੍ਰਹਮ ਗਿਆਨੀ ਨਹੀਂ ਸਨ। ਗਿਆਨ ਸੀ, ਉਹ ਕਿਤਾਬੀ ਗਿਆਨ ਸੀ, ਆਪਣਾ ਗਿਆਨ ਨਹੀਂ ਸੀ। ਆਪਣਾ ਗਿਆਨ ਹੀ ਅਸਲ 'ਚ ਗਿਆਨ ਹੁੰਦਾ, ਉਹਨੂੰ ਕਹਿੰਦੇ ਅਨੁਭਵ। ਉਹ ਆਪਣਾ ਗਿਆਨ ਹੁੰਦਾ ਹੈ, ਉਹ ਬ੍ਰਹਮ ਗਿਆਨ ਹੁੰਦਾ ਹੈ। ਬ੍ਰਹਮ ਗਿਆਨੀ ਕਦੇ ਗਲਤੀ ਨਹੀਂ ਕਰਦਾ, ਕੁਝ ਵੀ ਹਾਲਾਤ ਹੋ ਜਾਣ। ਚਾਹੇ ਉਹਨੂੰ ਕਹੇ ਆਹ ਕੰਮ ਕਰਨੇ, ਤੈਨੂੰ ਗੋਲੀ ਮਾਰ ਦੇ, ਉਹ ਕਹੇ ਮਾਰ ਦਿਓ ਗੋਲੀ, ਮੈਂ ਨਹੀਂ ਕਰਦਾ। ਗੋਲੀ ਮਾਰਨੀ, ਮਾਰ ਦਿਓ, ਨਹੀਂ ਕਰਦਾ। ਉਹ ਗਲਤ ਕੰਮ ਲਈ ਰਾਜ਼ੀ ਹੀ ਨਹੀਂ ਹੁੰਦਾ। ਆ ਜਿੰਨੇ ਸ਼ਹੀਦ ਹੋਏ, ਇਹ ਸਿਰਫ ਇਸੇ ਲਈ ਹੋਏ। ਇਹਨਾਂ ਨੂੰ ਕਹਿੰਦੇ ਆ ਕਰੋ, ਉਹ ਕਹਿੰਦੇ ਅਸੀਂ ਨਹੀਂ ਕਰਦੇ। ਕਿਸੇ ਨੇ ਤੱਤੀਆਂ ਤਵੀਆਂ 'ਤੇ ਬਿਠਾਤਾ, ਕਿਸੇ ਨੇ ਚਰਖੜੀਆਂ 'ਤੇ ਚੜ੍ਹਾਤਾ, ਕਿਸੇ ਨੇ ਬੰਦ ਕਰਤੇ, ਕਿਸੇ ਖੋਪਰੀ ਲਾਤੀ, ਕਿਤੇ ਬੱਚੇ ਮਾਰ ਕੇ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਰੱਖਦੇ। ਨਹੀਂ ਮੰਨੇ, ਉਹ ਹੀ ਨਹੀਂ ਮੰਨੇ। ਉਹਨਾਂ ਨੇ ਗਲਤ ਕੰਮ ਨਹੀਂ ਕੀਤਾ, ਉਹਨਾਂ ਦੇ ਆਖੇ ਲੱਗ ਕੇ। ਬ੍ਰਹਮ ਗਿਆਨੀ ਵੱਡੇ ਤੋਂ ਵੱਡਾ ਦੁੱਖ ਸਹਿ ਲੈਂਦਾ ਹੈ, ਪਰ ਉਹ ਗਲਤ ਕੰਮ ਨਹੀਂ ਕਰਦਾ। ਨਾ ਉਹ ਕਿਸੇ ਲਾਲਚ 'ਚ ਆਵੇ। ਦੋਨੋਂ ਸਾਹਿਬਜ਼ਾਦੇ ਬ੍ਰਹਮ ਗਿਆਨੀ ਸਨ ਜਨਮ ਤੋਂ ਹੀ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਇਹ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ। ਪਹਿਲਾਂ ਲਾਲਚ ਦਿੱਤੇ ਗਏ, ਤੁਹਾਡੇ ਵਿਆਹ ਰਾਜਿਆਂ ਮਹਾਰਾਜਿਆਂ ਦੇ ਕਰ ਦਿੱਤੇ ਜਾਣਗੇ, ਬੜੀਆਂ ਸੁੰਦਰ ਤੁਹਾਨੂੰ ਘਰ ਵਾਲੇ ਦਿੱਤੀਆਂ ਜਾਣਗੀਆਂ, ਤੁਹਾਨੂੰ ਰਹਿਣ ਲਈ ਮਹਿਲ ਦਿੱਤੇ ਜਾਣਗੇ, ਤੁਹਾਨੂੰ ਨੌਕਰ ਚਾਕਰ ਦਿੱਤੇ ਜਾਣਗੇ, ਤੁਸੀਂ ਮੁਸਲਮਾਨ ਹੋ ਜਾਓ। ਉਹ ਕਹਿੰਦੇ ਅਸੀਂ ਨਹੀਂ ਹੁੰਦੇ, ਅਸੀਂ ਨਹੀਂ ਹੁੰਦੇ, ਕਿਸੇ ਲਾਲਚ ਨਹੀਂ ਆਏ। ਜੇ ਤੁਸੀਂ ਨਹੀਂ ਹੋਵੋਗੇ ਤੁਹਾਨੂੰ ਮਾਰ ਦਿੱਤਾ ਜਾਏਗਾ, ਤੁਹਾਨੂੰ ਨੀਹਾਂ 'ਚ ਚਿਣ ਦਿੱਤਾ ਜਾਏਗਾ, ਤੁਹਾਨੂੰ ਤੁਸੀਂ ਹੀ ਦਿੱਤੇ ਜਾਣਗੇ। ਅਜੇ ਵੀ ਵੇਲੇ ਮੁਸਲਮਾਨ ਜੋ, ਉਹ ਕਿ ਨਹੀਂ ਬਣਦੇ, ਨਹੀਂ ਬਣੇ, ਕਿਉਂਕਿ ਬ੍ਰਹਮ ਗਿਆਨੀ ਸਨ। ਨਹੀਂ ਤੇ 7 ਸਾਲ ਤੇ 9 ਸਾਲ ਜਵਾ ਕੇ 2 ਮਾਰੋ, ਰਖੜੇ ਵਾਲਾ ਉਹਦੀ ਬਣ ਜਾਂਦਾ। ਉਹਦੀ ਕਹਿੰਦਾ ਨਾ ਮਾਰੋ ਨਾ ਮੈਂ, ਜਿਵੇਂ ਕਿ ਉਵੇਂ ਕਰ ਲੈਣਾ ਕਹੇਗਾ ਨਾ। ਉਹ ਬ੍ਰਹਮ ਗਿਆਨੀ ਸਨ, ਨਾ ਕਿਸੇ ਲਾਲਚ 'ਚ ਆਏ, ਨਾ ਉਹ ਕਿਸੇ ਤਸੀਹੇ ਤੋਂ ਡਰੇ। ਜਿੰਨਾ ਚਿਰ ਬ੍ਰਹਮ ਗਿਆਨੀ ਨਹੀਂ ਹੁੰਦਾ, ਇਸ ਤੋਂ ਗਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆ ਜਿਨ੍ਹਾਂ ਤੋਂ ਗਲਤੀਆਂ ਹੋਈਆਂ ਨੇ ਸਾਧਾ ਸੰਤਾਂ ਮਹਾਤਮਾ ਤੋਂ, ਉਹ ਬ੍ਰਹਮ ਗਿਆਨੀ ਹੈ ਨਹੀਂ ਸਨ। ਲੋਕ ਕਹੀ ਗਏ, ਸ਼ਰਧਾਲੂ ਨੇ ਤਾਂ ਕਹੀ ਜਾਣਾ ਹੁੰਦਾ ਹੈ।
ਬ੍ਰਹਮ ਗਿਆਨੀ ਤਾਂ ਗਲਤੀ ਕਰਦਾ ਹੀ ਨਹੀਂ ਹੈ, ਨਾ ਕਿਸੇ ਲਾਲਚ ਚਾਕੇ ਨਾ ਕਿਸੇ ਡਰ ਚਾਕੇ, ਉਹ ਨਹੀਂ ਕਰਦਾ, ਉਹ ਆਪਣੇ ਅਸੂਲਾਂ 'ਤੇ ਕਾਇਮ ਰਹਿੰਦਾ ਹੈ। ਇਸ ਲਈ ਇਹ ਗੁਰੂ ਤੋਂ ਬਿਨਾਂ ਨਾ ਅੰਦਰ ਕੁੱਪ ਹਨੇਰਾ ਰਹਿੰਦਾ ਹੈ। ਗੁਰੂ ਮਹਾਰਾਜ ਸਾਨੂੰ ਗਿਆਨ ਦਿੰਦੇ ਨੇ, ਗਿਆਨ ਨੂੰ ਚਾਨਣ ਕਿਹਾ, ਅਗਿਆਨਤਾ ਨੂੰ ਹਨੇਰਾ ਕਿਹਾ ਗਿਆ। ਗੁਰੂ ਮਹਾਰਾਜ ਨੇ ਗਿਆਨ ਦੇਣਾ, ਇਹ ਬਾਣੀ ਸਾਡੀ ਗੁਰੂ ਹੈ, ਇਹ ਸਾਨੂੰ ਗਿਆਨ ਦਿੰਦੀ ਹੈ। ਇਹ ਕੀ ਦਿੰਦੀ? ਸਾਨੂੰ ਗਿਆਨ ਦਿੰਦੀ ਹੈ। ਇਹ ਵਾਰੀ ਵਾਰੀ ਸਮਝਾਉਂਦੀ ਹੈ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ। ਵਿੱਚ ਵਿੱਚ ਡਰਾਵੇ ਵੀ ਦਿੰਦੀ ਹੈ, ਜੇ ਤੁਸੀਂ ਮਾੜੇ ਕੰਮ ਕੀਤੇ ਧਰਮਰਾਜ ਨੇ ਜਮਦੂਤ ਰੱਖੇ ਨੇ, ਉਹ ਤੁਹਾਡਾ ਕੁਟਾਪਾ ਕਰਨਗੇ, ਤੁਹਾਨੂੰ ਨਰਕਾਂ 'ਚ ਲਿਜਾਇਆ ਜਾਵੇਗਾ, ਤੁਸੀਂ ਠੀਕ ਕੰਮ ਕਰ ਲਓ। ਡਰਾਇਆ ਧਮਕਾਇਆ ਵੀ ਇਹ ਬੰਦਾ ਸੁਧਰ ਜੇ। ਕਿਤੇ ਬੜੇ ਪਿਆਰ ਨਾਲ ਵੀ ਕਿਹਾ, ਕਿਤੇ ਪਿਆਰ ਨਾਲ ਕਿਹਾ। ਸੋ ਦੋਨੋਂ ਢੰਗ ਵਰਤੇ ਨੇ, ਔਰ ਮੈਂ ਦੇਖਿਆ ਦੋਨੋਂ ਵਰਤਨੇ ਪੈਂਦੇ ਨੇ। ਕਹਾਵਤ ਨਹੀਂ ਹੈ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਹੈ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਕਈ ਛਿੱਤਰਾਂ ਤੋਂ ਬਿਨਾਂ ਠੀਕ ਹੀ ਨਹੀਂ ਹੁੰਦੇ। ਇੱਕ ਦੇਖੋ ਰੇਹੜੀ ਲਾਉਣ ਵਾਲਾ ਬੰਦਾ, ਉਹਦਾ ਮੁੰਡਾ ਕਹਿੰਦਾ ਮੈਂ ਤਾਂ 25,000 ਵਾਲਾ ਮੋਬਾਈਲ ਲੈਣਾ ਹੈ। ਉਹ ਕਦੇ ਵੀ ਕਿੱਥੋਂ ਲੈ ਦਈਏ ਤੈਨੂੰ, ਇੱਥੇ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਹਾਂ। ਕਦੇ ਨਹੀਂ ਮੈਂ ਨਹਿਰ 'ਚ ਛਾਲ ਮਾਰ ਦਾਂਗਾ। ਮਾਂ ਪਿਓ ਡਰ ਗਏ, ਉਹਨੂੰ 25,000 ਦਾ ਮੋਬਾਈਲ ਲੈ ਤਾਂ ਕੱਲ੍ਹ ਕੋਈ ਖੋਹ ਕੇ ਲੈ ਗਿਆ ਉਸ ਤੋਂ। ਮੇਰੇ ਕੋਲ ਹੈ, ਮੈਂ ਕੀ ਕਰਾਂ ਜੀ? ਥਾਣੇ ਜਾ ਕੇ ਪਹਿਲਾਂ ਰਿਪੋਰਟ ਲਿਖਾਓ, ਰਸੀਦ ਤੁਹਾਡੇ ਕੋਲ ਹੈਗੀ ਨਾਲ ਲੈ ਜਾਓ ਵੀ ਇਹ ਮੋਬਾਈਲ ਖੋ ਗਿਆ ਹੈ। ਜੋ ਰਿਪੋਰਟ ਲਿਖਾਓਗੇ ਮੈਨੂੰ ਦੱਸ ਦਿਓ, ਮੈਂ ਕੋਈ ਨਾ ਕੋਈ ਸਿਫਾਰਿਸ਼ ਲਾ ਦਾਂਗਾ, ਲੱਭ ਦੇਣਗੇ। ਮੈਂ ਉਹਨਾਂ ਕੋਲ ਵੇਲ ਹੀ ਨਹੀਂ ਹੈ। ਆਹ ਕਰੋਨਾ ਨੇ ਸਾਰੀ ਪੁਲਿਸ ਉਲਝਾ ਰੱਖੀ ਹੈ, ਸਾਰੀ ਫਿਰ ਸਾਰੇ ਨੇ ਮੂੰਹ ਢਕੇ ਹੁੰਦੇ ਨੇ, ਨਾ ਕਿਤੇ ਉਹਨਾਂ ਦੀ ਫੋਟੋ ਆਵੇ ਕਿਸੇ ਕੈਮਰੇ 'ਚ ਵੀ ਕੌਣ ਲੈ ਗਿਆ ਖੋ ਕੇ। ਚਲੋ ਪਹਿਲਾਂ ਤਾਂ ਜਿਹੜਾ ਮੂੰਹ ਢੱਕਦਾ ਸੀ ਉਹਨੂੰ ਸਜ਼ਾ ਹੁੰਦੀ ਸੀ, ਹੁਣ ਜਿਹੜਾ ਨਹੀਂ ਢੱਕਦਾ ਉਹਨੂੰ ਸਜ਼ਾ ਹੁੰਦੀ। ਦੇਖੋ ਸਮੇਂ ਦੇ ਰੰਗ ਨੇ, ਸਮੇਂ ਦੇ ਰੰਗ ਨੇ। ਪਹਿਲਾਂ ਜਿਹੜਾ ਮੂੰਹ ਢੱਕਦਾ ਸੀ ਉਹਨੂੰ ਪੁਲਿਸ ਵਾਲੇ ਸਜ਼ਾ ਦਿੰਦੇ ਸੀ, ਹੁਣ ਜਿਹੜਾ ਨਹੀਂ ਢੱਕਦਾ ਉਹਨੂੰ 500 ਰੁਪਏ ਜੁਰਮਾਨਾ ਕਰਦੇ, ਤੂੰ ਢੱਕਿਆ ਕਿਉਂ ਨਹੀਂ ਹੈਗੀ। ਇਸ ਲਈ ਸਾਰਿਆਂ ਦੇ ਮੂੰਹ ਢੱਕੇ ਹੋਣ ਕਰਕੇ ਕੌਣ ਖੋ ਕੇ ਲੈ ਗਿਆ ਹੈ ਉਹ ਕਿਸੇ ਕੈਮਰੇ 'ਚ ਹੀ ਨਹੀਂ ਆਉਂਦਾ। ਇਸ ਲਈ ਲੱਭਣੀ 'ਚ ਹੀ ਬੜੀ ਔਖੀ ਹੁੰਦੀ ਹੈ। ਫਿਰ ਉਹਨਾਂ ਕੋਈ ਟਾਈਮ ਨਹੀਂ ਹੈ, ਡਿਊਟੀਆਂ ਦਿਨ ਰਾਤ ਵਿਚਾਰਿਆਂ ਦੀ ਲੱਗੀਆਂ ਰਹਿੰਦੀਆਂ ਨੇ। ਉਹ ਕਰੋਨੇ ਵਾਲੇ ਦੇ ਮਗਰ ਫਿਰਨਗੇ ਨਾ ਮੋਬਾਈਲਾਂ ਵਾਲੇ ਦੇ ਮਗਰ ਫਿਰਨਾ। ਤੰਗ ਆ ਕੇ ਗੌਰਮੈਂਟ ਨੇ ਰਾਤ ਦਾ ਕਰਫਿਊ ਲਾਇਆ ਹੈ, ਸ਼ੌਕ ਨਹੀਂ ਬਈ ਸਾਰਿਆਂ ਦੇ ਮੂੰਹ ਢੱਕੇ ਹੁੰਦੇ ਨੇ, ਰਾਤ ਨੂੰ ਡਾਕੇ ਪੈਸਦੇ ਨੇ, ਚੋਰੀਆਂ ਹੋ ਸਕਦੀਆਂ ਨੇ, ਵੀ ਕਰਫਿਊ ਲਾ ਦਿਓ ਤਾਂ ਜੇ ਰਾਤ ਨੂੰ ਬਾਹਰ ਹੀ ਨਾ ਕੋਈ ਨਿਕਲੇ। ਪੁਲਿਸ ਗਸ਼ਤ ਕਰੇ, ਜਿਹੜਾ ਨਿਕਲੇ ਬਾਹਰ ਫੜ ਲਓ ਉਹਨੂੰ। ਸੋ ਇਸ ਲਈ ਜਿਹੜਾ ਗਿਆਨ ਹੈ ਉਹ ਅਸਲ ਗੁਰੂ ਰਾਹੀਂ ਦਿੱਤਾ ਜਾਂਦਾ ਹੈ, ਤਾਂ ਕਿ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗਿਆ ਦੁੱਖ। ਗੁਰੂ ਨੂੰ ਮਿਲ ਕੇ ਜੀਵਨ ਜਾਚ ਆਉਂਦੀ ਹੈ। ਜੀਵਨ ਜਿਉਣਾ ਕਿਵੇਂ ਹੈ ਇਹ ਤਾਂ ਗੁਰਬਾਣੀ ਦੱਸਦੀ ਹੈ, ਇਹ ਤਾਂ ਗੁਰਬਾਣੀ ਦੱਸਦੀ ਹੈ ਜੀਵਨ ਜਾਚ ਕਿਵੇਂ ਜਿਉਣਾ। ਆਪਣੇ ਕਈ ਸਤਸੰਗੀ ਪਹਿਲਾਂ ਸ਼ਰਾਬ ਪੀਂਦੇ ਹੁੰਦੇ ਸਨ, ਜਦੋਂ ਸੰਥਿਆ ਲਈ ਕਥਾ ਵਾਰਤਾ ਸੁਣੀ, ਬਾਣੀ ਦਾ ਗਿਆਨ ਹੋਇਆ, ਫਿਰ ਬਹੁਤ ਸਾਰੇ ਸ਼ਰਾਬ ਪੀਣੋਂ ਹਟ ਗਏ। ਕਿਉਂ? ਗਿਆਨ ਹੋ ਗਿਆ। ਬਾਣੀ ਗਿਆਨ ਦਿੰਦੀ ਹੈ, ਗੁਰੂ ਗਿਆਨ ਦਿੰਦੇ। ਹੁਣ ਸਾਡਾ ਗੁਰੂ ਬਾਣੀ ਹੋਣ ਕਰਕੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਸਮਝਣੀ ਹੈ, ਬਾਣੀ ਦੀ ਸਿੱਖਿਆ 'ਤੇ ਅਸੀਂ ਅਮਲ ਕਰਨਾ, ਫਿਰ ਤਾਂ ਹੀ ਅਸੀਂ ਮਨੁੱਖ ਤੋਂ ਦੇਵਤੇ ਬਣ ਸਕਦੇ ਹਾਂ। ਸੋ ਕਹਿੰਦੇ ਇਹ ਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। 100 ਚੰਦਰਮਾ ਚੜ੍ਹਿਆ ਹੋਇਆ ਹੈ, ਹਜ਼ਾਰਾਂ ਸੂਰਜ ਚੜ੍ਹੇ ਹੋਏ ਨੇ, ਬਾਹਰ ਬੜਾ ਚਾਨਣ ਹੈ ਪਰ ਅੰਦਰ ਕੁੱਪ ਹਨੇਰਾ ਹੈ। ਹੁਣ ਕਿਉਂ ਕੁੱਪ ਹਨੇਰਾ ਹੈ? ਕਾਰਨ ਹੋਏਗਾ ਨਾ ਕੋਈ। ਮਹਿਲਾ ਪਹਿਲਾ ਗੁਰੂ ਨਾਨਕ ਦੇਵ ਜੀ ਕਹਿੰਦੇ,
नानक गुरु न चेतनी, मन अपने सुचेत। छुटे तिल बुआड़ ज्यों, सुइए अंदर खेत। खेतै अंदर छुटियां, कहो नानक सौ नह। फलिएं फुलिएं बपड़े, भी तन विच स्व। नानक गुरु न चेतनी, गुरु ਨੂੰ याद नहीं करते। मन अपने सुचेत, पर अपने मन समझ असीं बड़े सियाणे हैं, असीं बहुत सियाणे हाँ, असीं बड़े पढ़े लिखे हाँ, असीं गुरु तो की लेना है। गुरु किहड़ा स्कूलों कालजां जाके पढ़े, असीं तो पढ़े हुए हाँ, असीं तो विद्वान हाँ। मैनूं कैं सोचदा भी मैं तो सियाणा। ਮੰਨ ਲਓ मैं अपने आप ਨੂੰ ਸਿਆਣਾ ਸਮਝਦਾ ਤਾਂ मैं ਕਿਸੇ ਤੋਂ ਵੀ ਸਿਆਣਪ ਲੈਣ ਲਈ ਨਹੀਂ ਜਾਵਾਂਗਾ। ਜੇ मैं ਸੋਚਦਾ ਵੀ ਹਾਂ ਆ ਜਿਹੜੇ ਦੀਵਾਨ ਲਾਉਂਦੇ ਨੇ ਮਹਾਂਪੁਰਖ, ਇਹ ਜਿਹੜੀ ਕਥਾਵਾਂ ਸੁਣੇ ਤਾਂ ਮੈਨੂੰ ਪਹਿਲਾਂ ਹੀ ਆਉਂਦੀਆਂ ਨੇ, ਇਹ ਤਾਂ ਪਹਿਲਾਂ ਹੀ ਆਉਂਦੀਆਂ ਨੇ। ਕਿਉਂ? ਜਾਂ 10 ਗੁਰੂਆਂ ਦੀਆਂ ਸੁਣਾਉਂਦੇ ਨੇ, ਜਾਂ ਇਹ ਭਗਤਾਂ ਦੀਆਂ ਸੁਣਾਉਂਦੇ ਨੇ, ਅਤੇ ਜਾਂ ਕੁਝ ਸੰਤਾਂ ਦੀ ਜੀਵਨ 'ਚ ਸੁਣਾਉਂਦੇ ਨੇ, ਅਤੇ ਉਹ ਮੈਨੂੰ ਪਹਿਲਾਂ ਹੀ ਆਉਂਦੇ ਨੇ। ਅਤੇ ਜੇ ਮੇਰੇ ਮਨ 'ਚ ਇਸ ਤਰ੍ਹਾਂ ਰਹੇਗਾ, ਮੈਂ ਕਿਸੇ ਵੀ ਸਾਧੂ ਦਾ ਦੀਵਾਨ ਸੁਣਨ ਨਹੀਂ ਜਾਵਾਂਗਾ, ਕਿ ਮੈਨੂੰ ਪਹਿਲਾਂ ਹੀ ਪਤਾ ਵੀ ਮੈਨੂੰ ਤਾਂ ਆਉਂਦਾ ਨਹੀਂ। ਜੋ ਕੁਝ ਵੀ ਕੋਈ ਸੁਣਾ ਰਿਹਾ ਉਹਦੇ ਕੋਲ ਜ਼ਰੂਰ ਕੋਈ ਗੱਲ ਹੈ, ਉਹਦੇ ਕੋਲ ਜ਼ਰੂਰ ਕੋਈ ਨਵੀਂ ਗੱਲ ਹੁੰਦੀ ਜਿਹੜੀ ਸਾਨੂੰ ਨਹੀਂ ਪਤਾ। ਉੱਥੇ ਜਾ ਕੇ ਫਿਰ ਜੇ ਧਿਆਨ ਨਾਲ ਸੁਣਦਾ ਪਤਾ ਲੱਗਦਾ ਵੀ ਹਾਂ ਪੜ੍ਹਿਆ ਤਾਂ ਬੜਾ ਕੁਝ ਸੀ, ਪਰ ਆਹ ਗੱਲ ਨਹੀਂ ਸੀ ਕਿਤੇ ਪੜ੍ਹੀ ਸੁਣੀ ਹੁੰਦੀ। ਇਸ ਲਈ ਗਿਆਨ ਗੁਰੂ ਮਹਾਰਾਜ ਤੋਂ ਮਿਲਦਾ ਹੈ, ਪਰ ਗੁਰੂ ਨੂੰ ਯਾਦ ਨਹੀਂ ਕਰਦੇ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਆਪਣੇ ਆਪ ਨੂੰ ਸਿਆਣੇ ਸਮਝਦੇ। ਮਨ ਆਪਣੇ ਸੁਚੇਤ, ਮਨ 'ਚ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਸਿਆਣੇ ਹਾਂ। ਉਹ ਤਾਂ ਇਹੋ ਜਿਹੇ ਨੇ, ਛੁੱਟੇ ਤਿਲ ਬੁਆੜ ਜਿਉਂ। ਬੁਆੜ ਹੁੰਦਾ ਥੋਥੇ। ਕਈ ਵਾਰੀ ਵਿੱਚ ਬੀਜ ਨਹੀਂ ਪੈਂਦਾ ਫਸਲ ਦੇ। ਕਰਨਾਲ ਦੀ ਗੱਲ ਹੈ, ਸਾਨੂੰ ਜਿਹੜੀ ਜ਼ਮੀਨ ਮਿਲੀ ਉਹ 'ਚ ਜੰਗਲ ਸੀ, ਅਸੀਂ ਉਹ ਜੰਗਲ ਆਬਾਦ ਕੀਤਾ। ਜੰਗਲ ਵਾਲੀ ਜਿਹੜੀ ਜ਼ਮੀਨ ਹੈ ਬੜੀ ਤਾਕਤਵਰ ਹੁੰਦੀ ਹੈ। 16 ਕਿੱਲਿਆਂ ਦੇ ਵਿੱਚ ਅਸੀਂ ਛੋਲੇ ਬੀਜਤੇ। ਉਹ ਤਾਂ ਇੰਨੀ ਤਾਕਤਵਰ ਜ਼ਮੀਨ ਸੀ ਵੀ ਛੋਲਿਆਂ ਦੇ ਬੂਟੇ ਮੇਰੇ ਲੱਖ ਲੱਖ ਜਿੱਡੇ ਹੋ ਗਏ, ਜਿਹੜੀ ਕਣਕ ਜਿਵੇਂ ਹੁੰਦੀ ਹੈ, ਐਡੇ ਵੱਡੇ ਵੱਡੇ ਬੂਟੇ ਹੋ ਗਏ, ਪਰ ਉਹਨਾਂ ਨੂੰ ਡੱਡੇ ਹੀ ਨਹੀਂ ਲੱਗੇ, ਉਹਨਾਂ ਨੂੰ ਦਾਣੇ ਹੀ ਨਹੀਂ ਲੱਗੇ। ਉਹਨੂੰ ਕਹਿੰਦੇ ਅੱਫਲ ਜਾਣਾ। ਜਿਵੇਂ ਕਿਸੇ ਨੂੰ ਤੁਸੀਂ ਲੋੜ ਤੋਂ ਵੱਧ ਖੁਰਾਕ ਖਵਾ ਦਿਓ ਨਾ ਤਾਂ ਬਿਮਾਰ ਹੋ ਜਾਂਦਾ। ਕਈ ਵਾਰੀ ਬੜੇ ਸਮੇਂ ਬਾਅਦ ਜਦੋਂ ਘਰ 'ਚ ਪੁੱਤਰ ਹੁੰਦਾ ਨਾ, ਮਾਵਾਂ ਦੇ ਮੂੰਹ ਥੁੰਨੀ ਜਾਂਦੀਆਂ ਨੇ ਵੀ ਰਾਤੇ ਰਾਤੀ ਵੱਡਾ ਸਾਰਾ ਹੋ ਜਾਏ। ਉਹਨਾਂ ਦੀ ਇੱਛਾ ਹੁੰਦੀ ਹੈ 2-3 ਸਾਲਾਂ 'ਚ ਵੱਡਾ ਸਾਰਾ ਹੋ ਜਾਏ। ਵੀ ਉਹ ਤਾਂ ਉਮਰ ਨਾਲ ਹੀ ਵੱਡਾ ਹੋਊਗਾ, ਤੇਰੇ ਮੂੰਹ 'ਚ ਚੀਜ਼ਾਂ ਥੁੰਨਣ ਨਾਲ ਥੋੜ੍ਹੇ ਵੱਡਾ ਹੋ ਜਾਏਗਾ ਰਾਤੇ ਰਾਤ। ਉਹ ਖੁਰਾਕ ਲੋੜ ਤੋਂ ਵੱਧ ਮਿਲ ਗਈ। ਜ਼ਮੀਨ ਜ਼ਿਆਦਾ ਤਾਕਤਵਰ ਹੋਣ ਕਰਕੇ ਉਹ ਕੱਦ ਤਾਂ ਬਹੁਤ ਹੋ ਗਿਆ ਛੋਲਿਆਂ ਦਾ, ਪਰ ਦਾਣਾ ਕੋਈ ਨਹੀਂ ਪਿਆ। 16 ਦੇ 16 ਕਿੱਲੇ ਅਸੀਂ ਫਿਰ ਭੇਡਾਂ ਬੱਕਰੀਆਂ ਜਿਹੜੀਆਂ ਰੱਖੀਆਂ ਸੀ, ਜਿਹਨਾਂ ਲੋਕਾਂ ਨੇ, ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸਾਰੇ ਆਪਣਾ ਚਾਰ ਲਓ ਇਹਨਾਂ ਨੂੰ। ਭੇਡਾਂ ਬੱਕਰੀਆਂ ਨੇ ਹੀ ਉਹ ਖਾਧੇ, ਇੱਕ ਦਾਣਾ ਨਹੀਂ ਸਾਨੂੰ ਮਿਲਿਆ। 16 ਕਿੱਲੇ ਐਵੇਂ ਹੀ ਗਏ ਬੀਜੇ। ਉਹ ਹੈ ਬੁਆੜ, ਉਹ ਹੈ ਥੋਥੇ। ਐਂ ਕਿਸੇ ਨੇ ਤਿਲ ਬੀਜ ਲਏ। ਕਹਾਵਤ ਨਹੀਂ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ, ਕਹਾਵਤ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ। ਹੁਣ ਤਾਂ ਤਿਲਾਂ ਵਿੱਚੋਂ ਮਸ਼ੀਨ ਨਾਲ ਤੇਲ ਕੱਢ ਲੈਂਦੇ ਨੇ, ਉਹ ਬਾਕੀ ਜਿਹੜੇ ਉੱਪਰ ਨੇ ਫੁਲਕ ਜਿਹਾ ਉਹ ਰਿਓੜੀਆਂ 'ਤੇ ਲਾ ਦਿੰਦੇ ਨੇ। ਇਹ ਤਿਲਾਂ ਵਾਲੀਆਂ ਰਿਓੜੀਆਂ ਜੀ, ਵੀ ਉਹਨਾਂ 'ਚ ਉਹ ਤੇਲ ਤਾਂ ਹੈ ਹੀ ਕੋਈ ਨਹੀਂ, ਉਹ ਤਾਂ ਉੱਤੋਂ ਉੱਤੋਂ ਵਿਚਾਰੇ ਤਿਲ ਦਿਸ ਰਹੇ ਨੇ। ਬੁਆੜ ਹੁੰਦਾ ਉਹ ਤਿਲ ਜਿਹੜੇ ਅੰਦਰੋਂ ਖਰਾਬ ਹੋ ਜਾਣ, ਕਾਲੇ ਹੋ ਜਾਣ, ਉਹਨੂੰ ਕਹਿੰਦੇ ਬੁਆੜ। ਥੋਥੇ, ਜੇ ਕੋਈ ਚੀਜ਼ ਥੋਥੀ ਹੋਵੇ ਅਤੇ ਉਹਨੂੰ ਕੋਈ ਕੀ ਖਾਏਗਾ ਫਿਰ? ਉਹਦੇ ਵਿੱਚ ਤਾਂ ਕੁਛ ਹੈ ਨਹੀਂ। ਕਈ ਵਾਰ ਤੁਸੀਂ ਬਦਾਮ ਭੰਨ ਕੇ ਦੇਖੋ, ਵਿੱਚੋਂ ਗਿਰੀ ਜਿਹੜੀ ਹੈ
ਉਹ ਉਹੀ ਮਿੱਟੀ ਜਿਹੀ ਨਿਕਲਦੀ ਸਵਾ ਬਣੀ ਸਵਾ। ਸੋ ਅੰਦਰ ਤੇ ਸਵਾ ਹੈ, ਇਸ ਲਈ ਉਹ ਨੇ ਬੁਆੜ। ਛੁੱਟੇ ਤਿਲ ਬੁਆੜ ਜਿਉਂ ਸੁਈਏ ਅੰਦਰ ਖੇਤ। ਕਿਸਾਨ ਜੋ ਦੇਖਦਾ ਹੈ ਵੀ ਇਹ ਤਿਲ ਤੇ ਥੋਥੇ ਨੇ, ਇਹ ਤਿਲਾਂ ਦੇ ਵਿੱਚ ਬੀਜ ਤੇ ਹੈ ਹੀ ਨਹੀਂ, ਸਗੋਂ ਇਹਦੇ ਵਿੱਚ ਤੇ ਸਵਾ ਹੈ, ਇਸ ਲਈ ਉਹਨਾਂ ਨੂੰ ਵੜਦਾ ਨਹੀਂ ਹੈਗਾ। ਉਹਨਾਂ 'ਚੋਂ ਕੋਈ ਤੇਲ ਨਹੀਂ ਕੱਢਦਾ, ਉਹਨਾਂ ਨੂੰ ਖੇਤ ਦੇ ਵਿੱਚ ਹੀ ਬੂਟਿਆਂ ਨੂੰ ਛੱਡ ਦਿੰਦਾ ਹੈ। ਐਂ ਮਨੁੱਖ ਵੀ ਥੋਥਾ ਹੈ, ਤੇ ਥੋਥਿਆਂ ਦੀ ਕੋਈ ਕੀਮਤ ਨਹੀਂ ਹੁੰਦੀ। ਮਨੁੱਖ ਥੋਥਾ ਹੈ, ਇਹ 'ਚ ਗੁਣ ਨਹੀਂ ਹੈਗੇ। ਕੀਮਤ ਤੇ ਗੁਣਾਂ ਦੀ ਪੈਣੀ ਹੈ, ਤੇ ਜੇ ਗੁਣ ਹੀ ਕੋਈ ਨਹੀਂ ਤਾਂ ਇਹ ਤਾਂ ਬੁਆੜ ਤਿਲ ਵਰਗੇ ਹਨ, ਛੁੱਟੇ ਛੱਡ ਦਿੱਤੇ ਜਾਂਦੇ ਹਨ। ਛੁੱਟੇ ਤਿਲ ਬੁਆੜ ਜਿਉਂ ਸੁਈਏ ਅੰਦਰ ਖੇਤ। ਫਿਰ ਸੁੰਨੇ ਖੇਤ ਦੇ ਵਿੱਚ ਹੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਖੇਤੈ ਅੰਦਰ ਛੁੱਟਿਆਂ ਕਉ ਨਾਨਕ ਸੌ ਨਾਹ। ਨਾਹ ਜਿਹੜਾ ਹੈ ਬਹੁਵਚਨ ਹੈ, ਸੌ ਅਗਨ ਅੱਗੇ। ਨਾ ਹੁੰਦਾ ਮਾਲਕ, ਨਾ ਹੁੰਦਾ ਪਤੀ, ਨਾ ਦਾ ਮਤਲਬ ਖਸਮ, ਨਾ ਦਾ ਮਤਲਬ ਪਰਮਾਤਮਾ। ਇੱਥੇ ਮਾਲਕ ਤੋਂ ਭਾਵ ਹੈ। ਜੇ ਹਾਹੇ ਨੂੰ ਔਂਕੜ ਲੱਗਾ ਹੁੰਦਾ ਬੋਲਦੇ ਤਾਂ ਵੀ ਨਾ ਮਾਲਕ, ਉਹ ਇੱਕ ਵਚਨ ਹੋਣਾ ਸੀ, ਨਾ ਹੋ ਨਹੀਂ ਸੀ ਪੜ੍ਹਨਾ। ਬਹੁਤ ਸਾਰੇ ਇਸ ਤਰ੍ਹਾਂ ਪੜ੍ਹਦੇ ਨੇ ਨਾ ਹੋ, ਉਹ ਸਮਝਦੇ ਪਤਾ ਨਹੀਂ ਇਹ ਸ਼ਬਦ ਹੈ। ਨਹੀਂ, ਉਹ ਤੇ ਨਾ ਨੂੰ ਇੱਕ ਵਚਨ ਬਣਾਇਆ ਹੋਇਆ ਹੈ, ਉਚਾਰਨ ਨਾ ਹੈ। ਕਿਉਂਕਿ ਜਿਹੜੇ ਨਾਮ ਪੜਨਾਮ ਤੇ ਵਿਸ਼ੇਸ਼ਣ ਹੁੰਦੇ ਨਾ, ਇਹਨਾਂ ਦੇ ਹਾਹੇ ਨੂੰ ਲੱਗਾ ਹੋਇਆ ਔਂਕੜ ਨਹੀਂ ਬੋਲਦਾ। ਨਾ ਹੈਗਾ ਨਾਉਨ, ਇਸ ਲਈ ਜੇ ਇਹਦੇ ਹੇਠਾਂ ਔਂਕੜ ਲੱਗਾ ਵੀ ਹੁੰਦਾ ਤਾਂ ਵੀ ਨਹੀਂ ਸੀ ਬੋਲਣਾ। ਨਾ ਮੈਨੇ ਮਾਲਕ ਖਸਮ। ਖੇਤ ਦੇ ਵਿੱਚ ਜਿਹੜੇ ਤਿਲਾਂ ਦੇ ਬੂਟੇ ਛੱਡ ਦਿੱਤੇ ਜਾਂਦੇ ਹਨ, ਕਹਿੰਦੇ ਉਹਨਾਂ ਦੇ ਸੈਂਕੜੇ ਹੀ ਖਸਮ ਨੇ। ਕਿਉਂ? ਕੋਈ ਤੇ ਆ ਕੇ ਵੱਢ ਕੇ ਲੈ ਕੇ ਚੱਲ ਬਾਲਣੀ ਬਾਲਾਂਗੇ, ਇਹ ਚਲੋ ਤਿਲ ਤਾਂ ਨਹੀਂ ਇਕੱਲੇ ਬਾਲਣੀ ਸਹੀ। ਡੰਗਰ ਆ ਕੇ ਨੇ ਕੋਈ ਪੈਰਾਂ ਨਾਲ ਮਿੱਧੀ ਜਾਂਦਾ, ਕੋਈ ਆਪਣੇ ਸਿੰਘਾਂ ਨਾਲ ਸਿੰਘ ਖੁਰਕੀ ਜਾਂਦਾ, ਉਹਦੇ ਨਾਲ ਸਭ ਤੋੜ ਤੜ ਦਿੰਦੇ ਨੇ, ਤੋੜ ਦਿੰਦੇ ਨੇ। ਹੁਣ ਤਾਂ ਇੱਕੋ ਮਾਲਕ ਸੀ ਕਿਸਾਨ, ਹੁਣ ਕਹਿੰਦੇ ਸੈਂਕੜੇ ਮਾਲਕ ਹੋ ਗਏ। ਭਾਵ ਕੋਈ ਵੀ ਮਾਲਕ ਨਾ ਰਿਹਾ, ਕਿਉਂਕਿ ਉਹਨੂੰ ਛੱਡ ਦਿੱਤਾ ਗਿਆ ਹੈ ਵੀ ਤੁਸੀਂ ਨਿਖਸਮੇ ਹੋ, ਤੁਹਾਡੇ ਤੇਲ ਨਹੀਂ ਹੈ, ਤੁਸੀਂ ਥੋਥੇ ਹੋ। ਇਸੇ ਤਰ੍ਹਾਂ ਜਿਹੜੇ ਗੁਰੂ ਨੂੰ ਯਾਦ ਨਹੀਂ ਕਰਦੇ, ਜਿਹੜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ ਥੋਥੇ ਤਿਲਾਂ ਵਰਗੇ ਹਨ। ਫਲੀਏ ਫੁਲੀਏ ਬਪੜੇ ਭੀ ਤਨ ਵਿੱਚ ਸਵਾ। ਫਲੀਏ ਉਹਨਾਂ ਨੂੰ ਫਲ ਵੀ ਲੱਗਦੇ ਨੇ, ਤਿਲਾਂ ਨੂੰ ਡੱਡੇ 'ਤੇ ਲੱਗੇ, ਉਹਦੇ ਵਿੱਚ ਤੇਲ ਹੀ ਕੋਈ ਨਹੀਂ, ਉਹਦੇ ਵਿੱਚ ਤੇਲ ਹੀ ਕੋਈ ਨਹੀਂ। ਫਲ ਤਾਂ ਲੱਗੇ, ਫੁੱਲੀਏ ਫੁੱਲ ਵੀ ਲੱਗੇ। ਫਸਲ ਨੂੰ ਕਈ ਵਾਰੀ ਪਹਿਲਾਂ ਫੁੱਲ ਆਉਂਦਾ ਹੈ, ਫੁੱਲ ਫਿਰ ਫਲ 'ਚ ਬਦਲਦਾ ਹੈ। ਕਈ ਫੁੱਲ ਫਲ 'ਚ ਬਦਲਦੇ ਨੇ। ਉਹਨਾਂ ਨੂੰ ਫਲ ਵੀ ਲੱਗੇ, ਉਹਨਾਂ ਨੂੰ ਫੁੱਲ ਵੀ ਬਪੜੇ, ਵਿਚਾਰਿਆਂ ਨੂੰ ਫੁੱਲ ਵੀ ਲੱਗੇ। ਤਨ ਵਿੱਚ ਸੁਆਹ, ਪਰ ਉਹਨਾਂ ਦੇ ਸਰੀਰ 'ਚ ਸੁਆਹ ਹੋਣ ਕਰਕੇ ਕੀਮਤ ਕੋਈ ਨਾ ਪਈ। ਉਹਨਾਂ ਦੇ ਵਿੱਚ ਸੁਆਹ ਸੀ, ਤਿਲ ਥੋਥੇ ਸਨ, ਵਿੱਚ ਸੁਆਹ ਸੀ, ਇਸ ਲਈ ਉਹਨਾਂ ਦੀ ਕੋਈ ਕੀਮਤ ਨਾ ਪਈ। ਦੇਖਣ ਨੂੰ ਫਲ ਵੀ ਲੱਗਾ, ਫੁੱਲ ਵੀ ਲੱਗੇ ਨੇ। ਇਸ ਤਰ੍ਹਾਂ ਮਨੁੱਖ ਦੇਖਣ ਨੂੰ ਬੜਾ ਵਧੀਆ, ਦੇਖਣ ਨੂੰ ਬੜਾ ਵਧੀਆ, ਅੰਦਰੋਂ ਥੋਥੇ ਤਿਲਾਂ ਵਰਗਾ ਹੈ। ਅੰਦਰ ਗੁਣ ਹੀ ਕੋਈ ਨਹੀਂ, ਅੰਦਰ ਗੁਣ ਕੋਈ ਨਹੀਂ। ਅਤੇ ਕੀਮਤ ਤਾਂ ਗੁਣਾਂ ਦੀ ਹੁੰਦੀ ਹੈ। ਸ਼ਕਲ ਸੂਰਤ ਦੀ ਕੀਮਤ 9 ਦਿਨ ਹੁੰਦੀ ਹੈ। ਬਿਊਟੀ ਇਜ਼ ਏ 9 days ਵੰਡਰ, ਕਹਾਵਤ ਹੈ ਇੰਗਲਿਸ਼ ਦੀ। ਬਿਊਟੀ ਇਜ਼ ਏ 9 days ਵੰਡਰ। ਸੁੰਦਰਤਾ 9 ਦਿਨਾਂ ਦੀ ਹੁੰਦੀ ਹੈ ਬਸ। ਉਦੋਂ ਬਾਅਦ ਫਿਰ ਕੰਮ ਪਿਆਰਾ ਕਿ ਚੰਮ, ਕਹਾਵਤ ਹੈ ਨਾ, ਕੰਮ ਪਿਆਰਾ ਕਿ ਚੰਮ। ਫਿਰ ਕੰਮ ਪਿਆਰਾ ਹੁੰਦਾ, ਚੰਮ ਨਹੀਂ ਪਿਆਰਾ। ਚੰਮ 9 ਦਿਨ ਹੀ ਪਿਆਰਾ। ਇੱਕ ਬੀਬੀ ਆਈ ਵਿਆਹੀ,
सस ने बड़ी खुशी खुशी 40 दिन काम किया, नूह तो कोई काम नहीं करवाया। 41 दिन किते सस ढिली हो गई थोड़ी जी, नूह नूं कहंदी भाई रोटी पका लै। कहती मैं इत्थे रोटियां पकाउण आई हाँ तुहाडे। ਉਹਦੇ ਅਟੈਚੀ ਚੱਕਿਆ, ਪੇਕਿਆਂ ਨੂੰ ਚਲੀ ਗਈ। ਅੱਜ ਆਉਂਦੀ ਮੁੜ ਕੇ 17 ਲੱਖ ਰੁਪਈਆ ਦੇ ਕੇ ਕਿਹੜਾ ਉਸ ਤੋਂ ਛੁਡਾਇਆ। ਕਹਿੰਦੀ ਮੈਂ ਰੋਟੀਆਂ ਪਕਾਉਣ ਆਈ ਹਾਂ। ਉਹਨੂੰ ਪੁੱਛੇ ਵੀ ਹੋਰ ਤੇਰਾ ਅਚਾਰ ਪਾਉਣਾ, ਕਰਾ ਲਓ ਵਿਆਹ ਜੀ। ਬੜੀ ਖੁਸ਼ੀ ਨਾਲ ਢੋਲ ਢਮੱਕੇ ਵੱਜੇ। ਇੱਕ ਦਿਨ ਪਹਿਲਾਂ ਕੀ ਹੁੰਦਾ ਉਹ, ਹਾਂਜੀ, ਲੇਡੀ ਸੰਗੀਤ ਜਾਂ ਲੇਡਾ ਸੰਗੀਤ ਕਹਿ ਲਓ। ਲੇਡੀ ਸੰਗੀਤ ਹੈ ਘੱਟ ਹੀ, ਲੇਡਾ ਸੰਗੀਤ ਹੋ ਗਿਆ, ਉਹ ਹੋਇਆ। ਫਿਰ ਵਿਆਹ ਹੋਇਆ, ਫਿਰ ਰਿਸੈਪਸ਼ਨ ਹੋਈ, ਲੱਖਾਂ ਰੁਪਈਏ ਖਰਚਾ ਹੋਇਆ, ਅਤੇ ਇੱਕ ਦਿਨ ਰੋਟੀ ਨਹੀਂ ਪਕਾਈ। ਅੰਦਰੋਂ ਥੋਥੇ, ਸ਼ਕਲ ਸੂਰਤ ਦੇ ਸੋਹਣੇ, ਅੰਦਰੋਂ ਥੋਥੇ। ਇਸ ਲਈ ਕਹਿੰਦੇ ਬਿਊਟੀ ਇਜ਼ 9 days ਵੰਡਰ। ਉਹ ਚਲੋ ਫਿਰ ਵੀ 40 ਦਿਨ ਵੰਡਰ ਰਹੇ। ਜੇ 9ਵੇਂ ਦਿਨ ਵੇਖ ਲੈਂਦੇ ਤਾਂ ਉਹਦੇ ਪਤਲੇ ਤਾਂ ਥੋਥੇ ਨੇ। ਇਹ ਤਿਲ ਥੋਥੇ ਨੇ, ਇਹਨਾਂ ਤਿਲਾਂ 'ਚ ਤੇਲ ਨਹੀਂ ਹੈਗਾ। ਇੱਕ ਮੁੰਡਾ ਵਿਆਹ ਕਰਾ, ਮੈਂ ਹੱਸਦਿਆਂ ਕਿਹਾ ਮੈਂ ਤੇਰੀ ਘਰ ਨੇ 15 ਦਿਨ ਨਹੀਂ ਰਹਿਣਾ, ਕਿਉਂ ਐਵੇਂ ਵਿਆਹ ਕਰਾਉਣਾ। ਚਲੋ ਵਿਆਹ ਹੋ ਗਿਆ ਜੀ। ਉਹ ਤੀਜੇ ਦਿਨ ਹੀ ਚਲੀ ਗਈ। ਮੇਰੇ ਕੋਲ ਬਾਬਾ ਜੀ ਤੁਸੀਂ ਕਹਿੰਦੇ 15 ਦਿਨ ਰਹੂਗੀ, ਉਹ ਤਾਂ ਤੀਜੇ ਦਿਨ ਹੀ ਚਲੀ ਗਈ ਹੈ। ਮੈਂ ਸ਼ੁਕਰ ਕਰ। ਪਹਿਲੇ ਦਿਨ ਤੱਕ ਪ੍ਰਾਹੁਣੇ ਆਏ ਹੋਏ ਸਨ, ਰੋਟੀ ਪਕਾ ਲਈ ਜੀ। ਦੂਜੇ ਦਿਨ ਸਾਰੇ ਪ੍ਰਾਹੁਣੇ ਚਲੇ ਗਏ। ਸ਼ਾਮ ਨੂੰ ਕਹਿੰਦਾ ਭਾਈ ਤੂੰ ਰੋਟੀ ਪਕਾ। ਕਹਿੰਦੀ ਮੈਨੂੰ ਤਾਂ ਰੋਟੀ ਪਕਾਉਣੀ ਨਹੀਂ ਆਉਂਦੀ। ਜਨਾਨੀ ਕਹਿੰਦੀ ਮੈਨੂੰ ਰੋਟੀ ਪਕਾਉਣੀ ਨਹੀਂ ਆਉਂਦੀ। ਮੁੰਡੇ ਦੇ ਮੂੰਹ ਨਿਕਲਿਆ ਫਿਰ ਮੈਂ ਤੇਰਾ ਕੀ ਕਰਾਉਣਾ। ਕਹਿੰਦੇ ਨਾ ਕਰਾ। ਕਹਿੰਦਾ ਮੈਂ ਪਿਸ਼ਾਬ ਕਰਨ ਚਲੇ ਗਿਆ। ਉਹਨੇ ਅਟੈਚੀ ਚੱਕਿਆ, ਪੇਕਿਆਂ ਨੂੰ ਚਲੇ ਗਈ ਰਿਕਸ਼ਾ ਕਰਕੇ। ਅੱਜ ਆਉਂਦੀ ਹੈ। 3.5 ਲੱਖ ਦੇ ਕੇ ਵਿਚਾਰਾ ਛੁੱਟਿਆ। ਥੋਥੇ, ਇਹ ਥੋਥੇ ਤਿਲ ਨੇ। ਬਾਹਰੋਂ ਫੁੱਲ ਵੀ ਲੱਗੇ ਨੇ, ਫਲ ਵੀ ਲੱਗੇ ਨੇ, ਵਿੱਚੋਂ ਥੋਥੇ ਨੇ, ਵਿੱਚ ਸੁਆਹ ਹੈ, ਤਨ ਵਿੱਚ ਸੁਆਹ ਹੈ। ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇਂ ਪਸਾਓ, ਤੂੰ ਜਾਣੋਈ ਸਭ ਸੈ, ਦੇ ਲੈਸੈਂ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਪੌੜੀ ਹੈ ਆਪੀ ਨੇ ਆਪ ਸਾਜਿਓ। ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ, ਆਪਣੇ ਆਪ ਨੂੰ ਆਪ ਬਣਾਇਆ ਹੈ। ਇਹ ਅਜੇ ਸੰਸਾਰ ਲਈ ਬੁਝਾਰਤ ਹੈ ਕਿ ਕੋਈ ਆਪਣੇ ਆਪ ਤੋਂ ਕਿਵੇਂ ਹੋ ਸਕਦਾ ਹੈ। ਕੋਈ ਆਪਣੇ ਆਪ ਤੋਂ ਕਿਵੇਂ ਹੋ ਸਕਦਾ ਹੈ। ਇਹ ਲੱਗੇ ਹੋਏ ਨੇ ਸਾਇੰਸਦਾਨ। ਹੋ ਸਕਦਾ ਕਿਸ ਦਿਨ ਖੋਜ ਕਰ ਲੈਣ ਵੀ ਆਪਣੇ ਆਪ ਤੋਂ ਕੋਈ ਚੀਜ਼ ਕਿਵੇਂ ਹੋ ਸਕਦੀ ਹੈ। ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ, ਆਪੀ ਨੇ ਰਚਿਓ ਨਾਉ, ਫਿਰ ਆਪਣਾ ਨਾਮ ਰੱਖਿਆ। ਫਿਰ ਨਾਮ ਵੀ ਤਾਂ ਚਾਹੀਦਾ ਸੀ ਨਾ। ਜਿਵੇਂ ਦੋ ਪੈਰਲਲ ਸੜਕਾਂ ਹੋਣ, ਸਮਾਨ ਅੰਤਰ। ਇੱਕ ਸੜਕ ਤੋਂ ਆਪਾਂ ਦੂਜੀ ਸੜਕ 'ਤੇ ਜਾਣਾ ਹੈ, ਵਿੱਚ ਇੱਕ ਹੋਰ ਸੜਕ ਦੋਨਾਂ ਨੂੰ ਜੋੜਨ ਲਈ ਬਣੇ, ਉਹਨੂੰ ਕਹਿੰਦੇ ਲਿੰਕ ਰੋਡ। ਇੰਗਲਿਸ਼ ਉਹਨੂੰ ਕੀ ਕਹਿੰਦੇ ਨੇ? ਲਿੰਕ ਰੋਡ। ਇੱਕ ਸੜਕ ਤੋਂ ਦੂਜੀ ਸੜਕ 'ਤੇ ਪਹੁੰਚਣਾ ਹੈ, ਲਿੰਕ ਰੋਡ ਹੈ। ਇਸ ਮਨੁੱਖ ਨੇ ਪਰਮਾਤਮਾ ਨੂੰ ਮਿਲਣਾ ਹੈ। ਇੱਕ ਪਰਮਾਤਮਾ ਹੈ, ਇੱਕ ਇਹ ਮਨੁੱਖ ਹੈ। ਹੁਣ ਇਹਨੇ ਮਿਲਣਾ, ਲਿੰਕ ਰੋਡ ਚਾਹੀਦੀ ਹੈ। ਪਰਮਾਤਮਾ ਦਾ ਨਾਮ ਲਿੰਕ ਰੋਡ ਹੈ ਕਿ ਹੇ ਇਨਸਾਨ, ਜੇ ਤੂੰ ਪਰਮਾਤਮਾ ਨੂੰ ਮਿਲਣਾ ਨਾ, ਇਹ ਨਾਮ ਵਾਲੀ ਸੜਕ 'ਤੇ ਤੁਰ ਪੈ, ਮਿਲ ਪਏਗਾ। ਨਾਮ ਜਪੀ ਜਾ, ਇਹੀ ਸੜਕ ਹੈ। ਇਹ ਲਿੰਕ ਰੋਡ ਹੈ। ਇਹ ਤੈਨੂੰ ਪਰਮਾਤਮਾ ਨਾਲ ਮਿਲਾ ਦੂਗੀ। ਨਾਮ ਮਿਲਾਏਗਾ। ਇਸ ਲਈ ਨਾਮ ਰਚਿਆ ਕਰ। ਪਹਿਲਾਂ ਆਪਣੇ ਆਪ ਨੂੰ ਰਚਿਆ, ਫਿਰ ਆਪਣਾ ਨਾਮ ਰਚਿਆ। ਦੋਈ ਕੁਦਰਤ ਸਾਜੀ। ਦੋਈ ਮੈਨੇ ਫਿਰ
फिर उन्हें सारी कुदरत बनाई, सारी सृष्टि बनाई, सूरज चंद तारे खंड ब्रह्मंड समुंदर धरतियाँ खनिज पदार्थ बनस्पति जीव जंतु पता नहीं की कुछ बनाया उसने। इनू कुदरत कहते हैं। परमात्मा ने जो बनाया उसनू की कहते हैं? कुदरत। उन्होंने कुदरत कहते हैं। दूई कुदरत साजी है। फिर उन्हें कुदरत बनाई, कर आसन डिठो चाओ, तो उस कुदरत दे विच आसन ला के इस तमाशे नू वेख रहा है। जो उन्हें बनाया उसनू वेख रहा। चाओ हुंदा कि चाह हुंदा, बड़े चाह नाल वेख रहा है। चाओ दा दूजा शब्द है तमाशा, खेल। जो परमात्मा ने संसार रूपी खेल बनाया ना, ये बड़ा उहदे विच ही बैठ के उन्हें वेख रहा है। भाव बड़े प्यार नाल बड़े चाह नाल इस कुदरत दे विच बैठ के ही अपनी कुदरत नूं वेख रहा है। दाता करता आप तू है। परमात्मा तू दाता भी है, दाता देने वाला भी है, करता है, जीवन बनाने वाला भी है। तू आप ही दाता है, आप ही करता है। तुस देवें करें पसाओ। तुस हुंदा खुश हो के, पसाओ हुंदा किरपा। तू खुश हो के जीवां ते किरपा करदा ते फिर उन्हां नूं दाता देना, क्योंकि तू दाता है। तू करता है, तू पहला तो जीव बनाते, फिर दाता भी है। तू जीवन ते प्रसन्न हो के पसाओ, प्रसन्न हो के, तुस प्रसन्न हो के तू फिर जीवां ते किरपा करदा। तुस हुंदा प्रसन्न हो के, पसाओ हुंदा किरपा करना। तू जीवां ते खुश हो के प्रसन्न हो के उन्हां ते किरपा करदा है, तो उन्हां नूं फिर दाता दिंदा है। तू जण होई सब सै। तू सब दियां जाणदा है। साडे मन च की है? परमात्मा जाणदा है। बिन बोलिया सब कुछ जाणदा होंदा ना गुरबाणी च। सानू बोलण दी लोड़ नहीं। असीं की चाहुंदे उहनूं पता है, इसलिए असीं मन च कहंदे रहने। ना भी कहो तां भी उहनूं पता है। जिवें बिल्कुल छोटा बच्चा है, ਉਹਦੀਆਂ ਲੋੜਾਂ ਦਾ ਮਾਂ ਨੂੰ ਪਤਾ ਹੁੰਦਾ। ਵੱਡਾ ਬੱਚਾ ਤਾਂ ਬੋਲ ਕੇ ਦੱਸ ਦਿੰਦਾ, ਮੈਨੂੰ ਪਾਣੀ ਚਾਹੀਦਾ ਹੈ, ਮੈਨੂੰ ਭੁੱਖ ਲੱਗੀ ਹੈ, ਮੈਂ ਫਲਾਣੀ ਚੀਜ਼ ਚਾਹੀਦੀ ਹੈ। ਛੋਟਾ ਬੱਚਾ ਬੋਲ ਕੇ ਨਹੀਂ ਦੱਸ ਸਕਦਾ, ਉਹ ਵੱਧ ਤੋਂ ਵੱਧ ਰੋਂਦਾ ਹੈ। ਉਹ ਤਾਂ ਦੱਸਣ ਦਾ ਢੰਗ ਹੈ ਰੋਣਾ। ਮਾਂ ਨੂੰ ਪਤਾ ਲੱਗਦਾ ਵੀ ਇਹਨੂੰ ਕੋਈ ਚੀਜ਼ ਚਾਹੀਦੀ ਹੈ। ਉਹ ਵੇਖਦੀ ਹੈ ਵੀ ਪਾਣੀ ਦਾ ਸਮਾਂ ਹੈ, ਉਸਦਾ ਪਿਆਸ ਲੱਗੀ ਹੋਵੇ, ਉਸਦਾ ਦੁੱਧ ਦਾ ਸਮਾਂ ਹੋਵੇ, ਭੁੱਖ ਲੱਗੀ ਹੋਵੇ। ਮਾਂ ਨੂੰ ਪਤਾ ਹੁੰਦਾ, ਮਾਂ ਨੂੰ ਪਤਾ ਹੁੰਦਾ ਹੈ। ਇਸ ਲਈ ਬੱਚੇ ਦੇ ਬਿਨਾਂ ਮੰਗਣ 'ਤੇ ਹੀ ਉਹਨੂੰ ਦਿੰਦੀ ਰਹਿੰਦੀ ਹੈ। ਇਸੇ ਤਰ੍ਹਾਂ ਪਰਮਾਤਮਾ ਨੂੰ ਪਤਾ ਹੈ ਵੀ ਅਸੀਂ ਕੀ ਚਾਹੁੰਦੇ ਹਾਂ, ਇਸ ਲਈ ਸਾਡੇ ਮੰਗਣ ਤੋਂ ਬਿਨਾਂ ਵੀ ਸਾਨੂੰ ਦਿੰਦਾ ਰਹਿੰਦਾ ਹੈ। ਪਰ ਫਿਰ ਵੀ ਅਸੀਂ ਮੰਗਦੇ ਹਾਂ, ਫਿਰ ਵੀ ਅਸੀਂ ਮੰਗਦੇ ਹਾਂ ਵੀ ਹੋ ਸਕਦਾ ਉਹ ਤਾਂ ਆਪਣੀ ਮਰਜ਼ੀ ਨਾਲ ਦੇਵੇ। ਪਰਮਾਤਮਾ ਦੀ ਮਰਜ਼ੀ ਹੈ ਲੜਕੀ ਹੋਵੇ ਇਹਦੇ ਘਰ, ਅਸੀਂ ਚਾਹੁੰਦੇ ਲੜਕਾ ਹੋਵੇ। ਅਸੀਂ ਲੜਕਾ ਮੰਗੀ ਜਾਂਦੇ ਹਾਂ, ਮੰਗੀ ਜਾਂਦੇ ਹਾਂ, ਮੰਗੀ ਜਾਂਦੇ ਹਾਂ। ਜੇ ਤੁਹਾਨੂੰ ਤਰਸ ਆ ਗਿਆ ਦੇ ਦੂਗਾ, ਨਹੀਂ ਤਾਂ ਲੜਕੀ ਭੇਜ ਦੇਗਾ, ਕਿਉਂਕਿ ਉਹਨੇ ਤਾਂ ਆਪਣੀ ਮਰਜ਼ੀ ਕਰਨੀ। ਅਸੀਂ ਤਾਂ ਬੇਨਤੀ ਕਹਿੰਦੇ, ਸਾਡਾ ਜ਼ੋਰ ਤਾਂ ਉਹਦੇ ਅੱਗੇ ਚੱਲਦਾ ਨਹੀਂ। ਜਿਸ ਠਾਕਰ ਸਿਓ ਨਾਹੀ ਚਾਰਾ, ਚਾਰਾਂ ਦਾ ਜ਼ੋਰ ਚੱਲਣਾ। ਜਿਸ ਪਰਮਾਤਮਾ ਨਾਲ ਜ਼ੋਰ ਨਾ ਚੱਲਦਾ, ਜਿਸ ਠਾਕਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰ। ਉਹਨੂੰ ਫਿਰ ਕਹਿੰਦੇ ਨਮਸਕਾਰ ਕਰੋ, ਜ਼ੋਰ ਤਾਂ ਚੱਲਦਾ ਨਹੀਂ ਭਾਈ। ਫਿਰ ਮੰਗਣਾ ਹੀ ਹੈ ਨਾ, ਧੱਕੇ ਨਾਲ ਤਾਂ ਕੁਛ ਲੈ ਨਹੀਂ ਸਕਦੇ। ਤੂੰ ਜਨੋਈ ਸਭ ਸੈ, ਤੂੰ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ। ਦੇ ਲੈਸੈਂ ਜਿੰਦ ਕਵਾਓ, ਕਵਾਓ ਹੁੰਦਾ ਹੁਕਮ। ਤੂੰ ਇੱਕ ਹੁਕਮ ਦੇ ਨਾਲ ਹੀ ਉਹਨਾਂ ਦੀਆਂ ਜਿੰਦਾਂ ਕੱਢ ਸਕਦਾ ਹੈ ਅਤੇ ਉਹਨਾਂ ਨੂੰ ਦੁਬਾਰਾ ਜੀਵਨ ਦੇ ਸਕਦਾ ਹੈ।
परमात्मा सानू मार भी सकता है, परमात्मा सानू जीवन दे भी सकता है। दे के लैसें लै लैंदा है जिंद जिंद कवाओ हुक्म नाल। तू अपने हुक्म नाल जीव नू जिंद दे भी सकदा है अते उहदी जिंद कढ भी सकदा है। कर आसन डिठो चाओ। परमात्मा ने जो कुछ बनाया है ਉਹਦੇ ਵਿੱਚ ਆਸਣ ਲਾ ਕੇ ਬੈਠਾ ਹੈ ਅਤੇ ਬੜੇ ਪਿਆਰ ਨਾਲ ਉਸ ਨੂੰ ਆਪਣੀ ਰਚਨਾ ਨੂੰ ਵੇਖ ਰਿਹਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਜਿਹੜਾ ਸੀ ਮੁੱਖ ਜਿਹੜੀ ਗੱਲ ਇਹਦੇ 'ਚ ਸੀ ਅੱਜ ਦੀ ਕਥਾ 'ਚ ਕਿ ਕਹਿੰਦੇ ਭਾਵੇਂ ਸੈਂਕੜੇ ਸੂਰਜ ਚੜ੍ਹਨ, ਹਜ਼ਾਰਾਂ ਸੂਰਜ ਚੜ੍ਹਨ, ਸੈਂਕੜੇ ਚੰਦਰਮਾ ਚੜ੍ਹਨ, ਗੁਰੂ ਤੋਂ ਬਿਨਾਂ ਅਗਿਆਨਤਾ ਹੀ ਰਹਿੰਦੀ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਇਸ ਲਈ ਜਾਣਨਾ ਕਿ ਗੁਰੂ ਜਿਹੜਾ ਹੈ ਮਨੁੱਖ ਨੂੰ ਦੇਵਤਾ ਬਣਾਉਂਦਾ, ਦੇਰ ਨਹੀਂ ਲੱਗਣ ਦਿੰਦਾ। ਗੁਰੂ ਮਹਾਰਾਜ ਮਨੁੱਖ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦੇ ਨੇ, ਘਟੀਆ ਜੀਵਨ ਤੋਂ ਵਧੀਆ ਬਣਾਉਂਦੇ ਹਨ। ਅਤੇ ਬਾਹਰ ਭਾਵੇਂ ਚਾਨਣ ਕਿੰਨਾ ਵੀ ਹੋਵੇ, ਗੁਰੂ ਦੇ ਗਿਆਨ ਤੋਂ ਬਿਨਾਂ ਅੰਦਰ ਚਾਨਣ ਨਹੀਂ ਹੁੰਦਾ। ਅਤੇ ਜਿੰਨਾ ਚਿਰ ਅੰਦਰ ਚਾਨਣ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਵਧੀਆ ਇਨਸਾਨ ਨਹੀਂ ਬਣ ਸਕਦੇ। ਨਹੀਂ ਤਾਂ ਅਸੀਂ ਥੋਥੇ ਤਿਲਾਂ ਵਰਗੇ ਰਹਾਂਗੇ ਅਤੇ ਥੋਥੇ ਤਿਲਾਂ ਦੀ ਕੋਈ ਕੀਮਤ ਨਹੀਂ ਹੁੰਦੀ ਹੈ। ਉਹਨੂੰ ਕਿਸਾਨ ਖੇਤਾਂ 'ਚ ਛੱਡ ਦਿੰਦਾ ਹੈ। ਸੋ ਗੁਣਾਂ ਦੀ ਕੀਮਤ ਹੁੰਦੀ ਹੈ। ਇਸ ਲਈ ਅਸੀਂ ਆਪਣੇ ਅੰਦਰ ਗੁਣ ਪੈਦਾ ਕਰਨੇ ਹਨ। ਸਾਨੂੰ ਪਰਮਾਤਮਾ ਵੇਖ ਰਿਹਾ, ਉਹਨੇ ਸਾਨੂੰ ਬਣਾਇਆ ਹੈ, ਉਹ ਸਾਨੂੰ ਵੇਖ ਰਿਹਾ, ਉਹ ਜਾਣੀ ਜਾਣ ਹੈ। ਅਸੀਂ ਆਪ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਆਪਣੇ ਅੰਦਰ ਗੁਣ ਪੈਦਾ ਕਰਨੇ ਹਨ, ਕਿਉਂਕਿ ਅਖੀਰ ਨੂੰ ਤਾਂ ਗੁਣਾਂ ਦੀ ਕੀਮਤ ਪੈਣੀ ਹੁੰਦੀ ਹੈ। ਗੁਣਵਾਨ ਵਿਅਕਤੀ ਦੀ ਹੀ ਸਮਾਜ ਦੇ ਵਿੱਚ ਕਦਰ ਹੁੰਦੀ ਹੈ। ਜਿਹੜੇ ਭੈੜੇ ਲੋਕ ਇਹਨਾਂ ਦੀ ਕੋਈ ਕਦਰ ਨਹੀਂ ਹੁੰਦੀ, ਗੁਣਵਾਨ ਦੀ ਕਦਰ ਹੁੰਦੀ ਹੈ। ਸੋ ਬਾਣੀ ਕਹਿੰਦੇ ਜੇ ਤੁਸੀਂ ਗੁਣਵਾਨ ਹੋਣਾ ਤਾਂ ਫਿਰ ਗੁਰੂ ਦੀ ਸਿੱਖਿਆ 'ਤੇ ਅਮਲ ਕਰਨਾ ਪਵੇਗਾ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।